ਜ਼ਿੰਦਗੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ, ਬਹੁਤ ਨਵੇਂ ਲੋਕਾਂ ਨਾਲ ਮਿਲਾਉਂਦੀ ਹੈ, ਉਹਨੂੰ ਹੀ ਸ਼ਾਇਦ ਅਸੀਂ ਐਕਸਪੀਰੀਅੰਸ ਕਹਿੰਦੇ ਹਾਂ। ਔਰ ਜ਼ਿੰਦਗੀ ਹਮੇਸ਼ਾ ਸਾਨੂੰ ਇਹ ਵੀ ਗੱਲ ਸਿਖਾਉਂਦੀ ਹੈ ਕਿ ਅਸੀਂ ਜੇ ਕੁਝ ਹਾਸਿਲ ਕਰਨਾ ਚਾਹੁੰਦੇ ਹਾਂ ਨਾ, ਤੇ ਬਸ ਜ਼ਿੱਦ ਹੋਣੀ ਚਾਹੀਦੀ ਹੈ, ਲਗਨ ਹੋਣੀ ਚਾਹੀਦੀ ਹੈ, ਸਹੀ ਡਾਇਰੈਕਸ਼ਨ ਹੋਣੀ ਚਾਹੀਦੀ ਹੈ, ਤੇ ਕਿਸੇ ਦੀ ਸਹੀ ਗਾਈਡੈਂਸ ਵੀ ਹੋਣੀ ਚਾਹੀਦੀ ਹੈ। ਸੁਣ ਰਹੇ ਹੋ ਤੁਸੀਂ, ਵੇਖ ਰਹੇ ਹੋ ਤੁਸੀਂ ਆਰਜੇ ਗੀਤ ਨੂੰ, ਔਰ ਮੇਰੇ ਨਾਲ ਜੋ ਬੈਠੇ ਨੇ ਉਹਨਾਂ ਦੇ ਨਾਲ ਬੈਠਣਾ ਮੇਰੇ ਲਈ ਇੱਕ ਬਹੁਤ ਹੀ ਜ਼ਿਆਦਾ ਪ੍ਰਾਊਡ ਫੀਲਿੰਗ ਦੀ ਗੱਲ ਹੈ, ਕਿਉਂਕਿ ਇਹ ਨਾ ਸਿਰਫ ਐਕਸਪੀਰੀਅੰਸ ਨੇ, ਬਲਕਿ ਖੁਦ ਆਪਣੇ ਆਪ ਦੇ ਵਿੱਚ ਐਜੂਕੇਸ਼ਨ ਨੇ, ਇੱਕ ਕਮਾਲ ਦੀ ਜ਼ਿੰਦਗੀ ਨੇ, ਇੱਕ ਸਟਰਗਲ ਨੇ, ਔਰ ਇੱਕ ਕਹਾਂਗੇ ਕਿ ਪਾਇਨੀਅਰ ਨੇ, ਇੱਕ ਮਾਈਲਸਟੋਨ ਨੇ। ਡੀਪਲੀ ਰਿਸਪੈਕਟ ਕਰਨੇ ਆ ਅਸੀਂ ਸਰ ਤੁਹਾਨੂੰ, ਸਾਡੇ ਨਾਲ ਨੇ ਪ੍ਰੋ ਚਾਂਸਲਰ ਸਰ। ਔਰ ਸਰ ਮਤਲਬ ਤੁਹਾਡਾ ਨਾਮ ਇੰਨਾ ਵੱਡਾ ਹੈ, ਔਰ ਤੁਸੀਂ ਮੇਰੇ ਤੋਂ ਇੰਨੇ ਵੱਡੇ ਹੋ ਕਿ ਮੈਨੂੰ ਗੁਜ਼ਾਰਿਸ਼ ਕਰਨੀ ਪਏਗੀ ਕਿ ਅਸੀਂ ਤੁਹਾਡਾ ਨਾਮ ਲੈ ਸਕਦੇ ਹਾਂ, ਤੇ ਫਿਰ ਆਪਾਂ ਲੈ ਵੀ ਲਵਾਂਗੇ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਮੇਰੇ ਨਾਲ ਪ੍ਰੋਫੈਸਰ ਡਾਕਟਰ ਰਜਿੰਦਰ ਸਿੰਘ ਬਾਵਾ ਜੀ ਨੇ, ਜਿਨ੍ਹਾਂ ਨੂੰ ਅਸੀਂ ਪਿਆਰ ਨਾਲ RS ਬਾਵਾ ਜੀ ਕਹਿੰਦੇ ਹਾਂ। ਐਵਰੀ ਸਟੂਡੈਂਟ ਬਸ ਇਹੀ ਕਹਿੰਦਾ ਹੈ ਕਿ ਬਾਵਾ ਸਰ ਦੇ ਕੋਲ ਚੱਲਦੇ ਹਾਂ, ਐਵਰੀ ਫੈਕਲਟੀ ਇਹ ਕਹਿੰਦਾ ਹੈ ਬਾਵਾ ਸਰ ਤੋਂ ਪੁੱਛਦੇ ਹਾਂ, ਐਵਰੀ ਡਾਇਰੈਕਟਰ, ਐਵਰੀ ਪੋਜੀਸ਼ਨ, ਯੂ ਆਰ ਫੇਵਰੇਟ ਐਂਡ ਅਪਰੋਚੇਬਲ ਸਰ, ਔਰ ਬਹੁਤ ਸਪੈਸ਼ਲ ਫੀਲ ਕਰ ਰਹੇ ਹਾਂ ਅਸੀਂ। ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ। ਸੇਮ ਹੀਅਰ, ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਸਟੂਡੀਓ 'ਚ ਆ ਕੇ ਤੁਹਾਡੇ ਕੋਲ। ਸਰ ਆਈ ਰਿਮੈਂਬਰ ਦ ਟਾਈਮ ਜਦੋਂ ਤੁਸੀਂ ਲਾਂਚ 'ਤੇ ਆਏ ਸੀ, ਤੁਸੀਂ ਇੱਕ ਪੋਜ਼ਿਟਿਵ ਵਾਈਬ੍ਰੇਸ਼ਨ ਦੇ ਨਾਲ, ਬਹੁਤ ਸਾਰੀ ਬਲੈਸਿੰਗਸ ਦੇ ਨਾਲ, ਕਿਉਂਕਿ ਤੁਸੀਂ ਉਹ ਜਿਨ੍ਹਾਂ ਨੇ ਬਹੁਤ ਸਾਰੇ ਸੁਪਨੇ ਵੇਖੇ, ਬੰਦ ਅੱਖਾਂ ਨਾਲ ਵੀ, ਖੁੱਲੀ ਅੱਖਾਂ ਨਾਲ ਵੀ, ਉਹਨਾਂ ਨੂੰ ਹਕੀਕਤ ਦੇ ਵਿੱਚ ਤਬਦੀਲ ਕੀਤਾ। ਚਾਹੇ ਸਾਡੀ ਯੂਨੀਵਰਸਿਟੀ ਦੀ ਗੱਲ ਹੋਏ, ਜਿਹੜੇ ਆਪਾਂ 3 ਵਰਡਸ ਕਹੀਏ, ਡਿਸਕਵਰ, ਲਰਨ, ਐਮਪਾਵਰ, ਐਵਰੀ ਡੇ ਤੁਸੀਂ ਉਹਨੂੰ ਜੀ ਰਹੇ ਹੋ। ਸਰ ਸਭ ਤੋਂ ਪਹਿਲੇ ਮੈਂ ਜਾਣਨਾ ਚਾਹੁੰਦੀ ਹਾਂ ਤੁਹਾਡੀ ਜਰਨੀ ਦੇ ਬਾਰੇ 'ਚ, ਕਹਾਣੀ ਦੇ ਬਾਰੇ 'ਚ। ਮੇਰਾ ਗੀਤ ਜੀ, ਮੈਂ ਜਦੋਂ ਆਪਣੇ ਥੋੜ੍ਹਾ ਜਿਹਾ ਦੱਸੂੰਗਾ ਬਚਪਨ ਬਾਰੇ। ਮੈਂ ਇੱਕ ਬਹੁਤ ਲੋਅਰ ਮਿਡਲ ਕਲਾਸ ਫੈਮਿਲੀ 'ਚੋਂ ਹਾਂ, ਔਰ ਮੈਂ ਸਰਕਾਰੀ ਸਕੂਲਾਂ 'ਚ ਪੜ੍ਹਿਆ ਜੀ। ਲੁਧਿਆਣੇ ਜਿਹੜਾ ਜਵਾਹਰ ਨਗਰ ਕੈਂਪ ਦੇ ਵਿੱਚ ਮਿਡਲ ਸਕੂਲ ਹੋਇਆ ਕਰਦਾ ਸੀ, ਜਿਹਦੇ ਵਿੱਚ 3 ਹੀ ਕਮਰੇ ਸੀ, ਔਰ ਅਸੀਂ ਪੁੰਜੇ ਟਾਟ 'ਤੇ ਬਹਿ ਕੇ ਪੜ੍ਹਿਆ ਕਰਦੇ ਸੀ ਜੀ। ਉਸ ਤੋਂ ਬਾਅਦ ਮੈਂ 8ਵੀਂ ਤੋਂ ਬਾਅਦ ਉੱਥੇ ਮੈਂ ਹਾਕੀ ਵੀ ਸ਼ੁਰੂ ਕੀਤੀ, ਸੋ ਸਕੂਲ ਮੇਰੇ ਲਈ ਬੜਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਹਾਂਜੀ। ਫਿਰ ਆਰੀਆ ਸਕੂਲ ਸਿਵਲ ਲਾਈਨ ਦੇ ਵਿੱਚ ਉੱਥੇ ਪੜ੍ਹੇ ਜੀ, ਹਾਕੀ ਜਾਰੀ ਰੱਖੀ, ਨਾਨ ਮੈਡੀਕਲ ਦੀ ਪੜ੍ਹਾਈ ਕੀਤੀ। ਫਿਰ ਗੌਰਮੈਂਟ ਕਾਲਜ ਲੁਧਿਆਣਾ ਜੀ, ਜਿੱਥੇ ਜਾ ਕੇ ਬਹੁਤ ਕੁਝ ਪ੍ਰਾਪਤ ਹੋਇਆ। ਉੱਥੇ ਮੈਂ BSc ਆਨਰਸ ਵਿਦ ਆਨਰਸ ਇਨ ਮੈਥਮੈਟਿਕਸ ਕੀਤੀ, ਫਸਟ ਕਲਾਸ। ਮੇਰੀ ਕਾਲਜ ਦੇ ਵਿੱਚ 3rd ਪੋਜੀਸ਼ਨ ਸੀ, ਔਰ ਹਾਕੀ ਖੇਡੀ ਪੰਜਾਬ ਯੂਨੀਵਰਸਿਟੀ ਵੱਲੋਂ। ਉਸ ਤੋਂ ਬਾਅਦ ਮੈਂ PAU ਚਲਾ ਗਿਆ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਜਿੱਥੇ ਜਾ ਕੇ ਹੋਰ ਵੀ ਬਹੁਤ ਕੁਝ ਪ੍ਰਾਪਤ ਹੋਇਆ, ਬਹੁਤ ਗਿਆਨ ਵੀ ਹਾਸਲ ਹੋਇਆ, ਬਹੁਤ ਸਪੋਰਟ ਮਿਲੀ। ਔਰ ਮੈਂ ਉੱਥੋਂ MSc ਕੀਤੀ ਸਟੈਟਿਸਟਿਕਸ, ਔਰ ਮੈਂ MSc ਵਿਦ ਡਿਸਟਿੰਕਸ਼ਨ, ਔਰ ਮੈਂ ਯੂਨੀਵਰਸਿਟੀ 'ਚੋਂ ਫਸਟ ਪੋਜੀਸ਼ਨ ਵੀ ਮੈਨੂੰ ਮਿਲੀ ਜੀ। ਉਹਦੇ ਨਾਲ ਹੀ ਉਸੇ ਸਾਲ ਮੈਨੂੰ ਹਾਕੀ ਦੇ ਵਿੱਚ ਰੋਲ ਆਫ ਆਨਰ ਵੀ ਮਿਲਿਆ। ਅਰੇ ਵਾਹ ਸਰ। ਔਰ ਫਿਰ ਮੈਂ PhD ਕੀਤੀ ਉੱਥੋਂ। PhD ਜੋ ਮੈਂ ਕੀਤੀ ਉਦੋਂ ਮੇਰੀ ਉਮਰ 23 ਸਾਲ ਸੀ। ਮੈਂ ਇਹੀ ਕਹਿਣ ਵਾਲੀ ਸੀ ਕਿ ਦ ਯੰਗੈਸਟ 23 ਸਾਲ ਤੱਕ ਬੱਚੇ ਸਿਰਫ ਸੋਚ ਰਹੇ ਹੁੰਦੇ ਨੇ ਕਿ ਅੱਗੇ ਕੀ ਕਰਨਾ ਹੈ ਮੈਂ, ਜਾਂ ਜਿਹੜਾ ਮੈਂ ਕਰੀਅਰ ਚੂਜ਼ ਕੀਤਾ ਹੈ ਉਹ ਮੇਰੇ ਲਈ ਸਹੀ ਹੈ ਜਾਂ ਨਹੀਂ। ਬਹੁਤ ਸਾਰੀ ਕਨਫਿਊਜ਼ਨ ਹੁੰਦੀ ਹੈ ਜ਼ਿੰਦਗੀ 'ਚ। ਇਨਫੈਕਟ ਫੈਮਿਲੀ ਦੇ ਹਰ ਬੰਦੇ ਦੇ ਅੰਦਰ, ਮਾਂ ਬਾਪ ਦੇ ਵਿੱਚ ਵੀ ਹੁੰਦਾ ਹੈ ਕਿ 23 ਸਾਲ ਦਾ ਹੋ ਗਿਆ ਬੱਚਾ, ਅੱਗੇ ਕੀ ਕਰਨਾ ਹੈ। ਉਦੋਂ ਤੱਕ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਸੁਪਨਾ ਸੈੱਟ ਕਰ ਚੁੱਕੇ ਸੀ। ਇੱਦਾਂ ਸਰ ਤੁਸੀਂ ਦੱਸਿਆ ਕਿ ਫੈਮਿਲੀ 'ਚ ਤੁਸੀਂ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਤੁਸੀਂ ਦੱਸਿਆ, ਫਿਰ ਹਰ ਚੀਜ਼ ਦੇ ਵਿੱਚ ਮਹਾਰਤ ਹਾਸਿਲ, ਅਵਲ ਨੰਬਰ, ਕਿੱਦਾਂ? ਇਹ ਗੱਲ ਹੈ ਨਾ ਜੀ ਕਿ ਮੇਰੀ ਪਹਿਲੀ ਪ੍ਰੇਰਨਾ ਜਿਹੜੀ ਸੀ ਮੇਰੇ ਫਾਦਰ ਤੋਂ ਸੀ। ਉਹ ਆਪ ਆਪਣੇ ਸਕੂਲ ਦੇ ਵਿੱਚ, ਮੈਨੂੰ ਯਾਦ ਆਇਆ ਹੁਣ ਵੀ, ਮੈਂ ਦੇਖਿਆ ਵੀ ਸੀ, ਕਾਦੀਆਂ ਗੁਰਦਾਸਪੁਰ ਡਿਸਟ੍ਰਿਕਟ 'ਚ ਉੱਥੇ ਪੜ੍ਹੇ। ਉਹ ਮੈਟ੍ਰਿਕ ਦੇ ਵਿੱਚ ਆਪਣੇ ਡਿਸਟ੍ਰਿਕਟ 'ਚੋਂ ਫਸਟ ਆਏ ਸੀ। ਉਹਨਾਂ ਦਾ ਨਾਮ ਹਾਲੇ ਵੀ ਬੋਰਡ 'ਤੇ ਲੱਗਾ ਹੋਇਆ। ਉਹਨਾਂ ਨੂੰ ਸ਼ੌਕ ਸੀ ਕਿ ਪੜ੍ਹਾਉਣ ਦਾ। ਤਾਂ ਮੇਰੇ 23 ਸਾਲ ਦੀ ਉਮਰ 'ਚ PhD ਕਰਨ ਦਾ ਵੀ ਰਾਜ਼ ਇਹ ਸੀ ਕਿ ਉਹਨਾਂ ਨੇ ਮੈਨੂੰ, ਮੇਰੇ ਵੱਡੇ ਬ੍ਰਦਰ ਸੀ 2 ਸਾਲ ਵੱਡੇ ਮੇਰੇ ਤੋਂ, ਤਾਂ ਉਹ ਜਦੋਂ ਪੜ੍ਹਦੇ ਸੀ ਤੇ ਨਾਲ ਮੈਂ ਵੀ ਪੜ੍ਹ ਲੈਂਦਾ ਸੀ। ਤਾਂ ਮੈਂ 2 ਕਲਾਸਾਂ ਕੀਤੀਆਂ ਇੱਕ ਸਾਲ ਦੇ ਵਿੱਚ। ਮੈਨੂੰ ਯਾਦ ਹੈ ਪਹਿਲੀ ਦੂਜੀ ਇਕੱਠੀ ਕੀਤੀ, ਫਿਰ ਤੀਸਰੀ ਦੇ ਵਿੱਚ ਮੈਂ ਹੋ ਗਿਆ, ਔਰ ਫਿਰ ਤੀਸਰੀ ਚੌਥੀ ਇਕੱਠੀ ਕੀਤੀ। ਉਹ ਰਿਕਾਰਡ ਹੈਗਾ, ਬਠਿੰਡੇ ਹੰਸਰਾਜ ਸਕੂਲ ਹੁੰਦਾ ਸੀਗਾ। ਮੇਰੇ ਫਾਦਰ ਰਿਵਲੀ ਮੇਲ ਸਰਵਿਸ ਸੀ, ਤਾਂ ਅਸੀਂ ਉੱਥੇ ਬਠਿੰਡੇ ਚਲੇ ਗਏ। ਬਠਿੰਡੇ ਤੀਸਰੀ ਦਾ ਮੇਰੇ ਕਰਕੇ ਉਹਨਾਂ ਨੇ ਇੱਕ ਪੇਪਰ ਸ਼ਾਮ ਨੂੰ ਕੀਤਾ, ਇੱਕ ਸਵੇਰੇ ਕੀਤਾ।
तो चौथी ਦਾ ਸਵੇਰੇ ਹੁੰਦਾ ਸੀ, ਤੀਜੀ ਦਾ ਪੇਪਰ ਸ਼ਾਮ ਨੂੰ ਹੁੰਦਾ ਸੀ। ਹਾਂਜੀ। ਤੋਂ ਪੰਜਵੀਂ ਤੋਂ ਫਿਰ ਮੈਂ ਤੇ ਮੇਰਾ ਵੱਡੇ ਬ੍ਰਦਰ ਜਿਹੜੇ 2 ਸਾਲ ਵੱਡੇ ਸੀ, ਅਸੀਂ ਫਿਰ ਇਕੱਠੇ ਹੋ ਗਏ। ਸੋ ਆਈ ਗੇਨ 2 ਇਅਰਸ। ਉਸ ਤੋਂ ਇਲਾਵਾ ਜਿਹੜਾ ਇਹ 23 ਸਾਲ PhD ਹੋਣ ਦਾ ਕਾਰਨ ਇਹ ਵੀ ਸੀ ਕਿ ਆਮ ਕਰਕੇ PhD ਦੇ ਵਿੱਚ 4-5 ਸਾਲ ਲੱਗ ਜਾਂਦੇ ਆ, ਮਿਨੀਮਮ 3 ਸਾਲ ਤਾਂ ਹੁੰਦਾ ਹੀ ਹੈ। ਪਰ ਮੈਂ PhD ਜਿਹੜੀ ਹੈ 2.5 ਸਾਲ ਤੋਂ ਵੀ ਘੱਟ ਸਮੇਂ 'ਚ ਕੰਪਲੀਟ ਕੀਤੀ, ਜਿਹੜਾ ਕਿ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਸ਼ਾਇਦ ਰਿਕਾਰਡ ਹੋਏਗਾ। ਤੋ ਲਗਨ ਸੀਗੀ, ਅਧਿਆਪਕ ਬਹੁਤ ਵਧੀਆ ਮਿਲੇ। ਮੈਂ ਬਿਲੀਵ ਕਰਦਾ ਕਿ ਆਮ ਕਰਕੇ ਬੰਦੇ ਜਿਹੜੇ ਆ ਉਹ ਮਾਤਾ ਪਿਤਾ ਦੇ ਡਿਸਿਪਲਿਨ 'ਚ ਰਹਿੰਦੇ ਆ ਜਾਂ ਸਕੂਲ ਦੇ ਕਾਲਜ ਦੇ ਡਿਸਿਪਲਿਨ 'ਚ ਰਹਿੰਦੇ ਆ, ਪਰ ਉਹ ਸੈਲਫ ਡਿਸਿਪਲਿਨ ਬੜੀ ਲੇਟ ਸਿੱਖਦੇ ਆ। ਸੈਲਫ ਡਿਸਿਪਲਿਨ ਜਿਹੜਾ ਹੈ ਕਿ ਮੇਰਾ ਫੈਸਲਾ ਮੈਂ ਕਰਾਂ, ਮੈਂ ਆਪਣੀ ਜ਼ਿੰਦਗੀ ਦਾ ਚਾਰਜ ਲਵਾਂ, ਮੈਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਕਦੋਂ ਉੱਠਣਾ ਹੈ, ਕਦੋਂ ਸੌਣਾ ਹੈ, ਕਦੋਂ ਪੜ੍ਹਨਾ ਹੈ, ਕਦੋਂ ਖੇਡਣ ਜਾਣਾ ਹੈ, ਤਾਂ ਫਿਰ ਸਾਰਾ ਕੁਝ ਜਿਹੜਾ ਉਹ ਸੌਖਾ ਪ੍ਰਾਪਤ ਹੋ ਜਾਂਦਾ ਹੈ ਲਾਈਫ ਦੇ। ਸੋ ਮੇਰਾ ਮੇਨ ਕਾਰਨ ਅਗਰ ਕੋਈ ਮੈਨੂੰ ਪੁੱਛੇਗਾ, ਸਿੰਗਲ ਰੀਜ਼ਨ ਉਹ ਹੈ ਸੈਲਫ ਡਿਸਿਪਲਿਨ। ਸਰ ਤੁਸੀਂ ਕਿਉਂਕਿ ਸਟੂਡੈਂਟਸ ਦੇ ਸਰਾਊਂਡਡ ਰਹਿੰਦੇ ਹੋ, ਹਮੇਸ਼ਾ ਸਟੂਡੈਂਟਸ ਤੁਹਾਡੇ ਆਸ-ਪਾਸ ਰਹਿੰਦੇ ਨੇ, ਇਨਕੁਇਜ਼ਿਟਿਵ ਨੇ, ਹਾਲਾਤ ਬਹੁਤ ਸਾਰੇ ਬਦਲ ਚੁੱਕੇ ਨੇ, ਕਿਉਂਕਿ ਜਦੋਂ ਤੋਂ ਤੁਸੀਂ ਐਜੂਕੇਸ਼ਨ ਸ਼ੁਰੂ ਕੀਤੀ ਅੱਜ ਤੱਕ ਵਰਲਡ ਕਲਾਸ ਐਜੂਕੇਸ਼ਨ ਹੈ ਬੱਚਿਆਂ ਦੇ ਕੋਲ, ਹੈ ਨਾ। ਆਪੇ ਅੱਗੇ ਡਿਸਟੈਂਸ ਐਜੂਕੇਸ਼ਨ ਦੇ ਬਾਰੇ 'ਚ ਵੀ ਗੱਲ ਕਰਾਂਗੇ, ਔਰ CU ਤੇ ਆਪਣੇ ਆਪ ਵਿੱਚ NAC+ ਹੈ, ਔਰ ਬਹੁਤ ਸਾਰੇ ਤਮਗੇ ਸਿਤਾਰੇ ਸਾਡੇ ਕੰਧਿਆਂ ਤੇ ਲੱਗ ਰਹੇ ਨੇ ਔਰ ਲੱਗਦੇ ਵੀ ਰਹਿਣਗੇ ਸਰ। ਲੇਕਿਨ ਜਿਹੜਾ ਅੱਜ ਦਾ ਯੂਥ ਹੈ, ਅੱਜ ਦਾ ਸਟੂਡੈਂਟ ਹੈ, ਜਿਹੜੀ ਲਗਨ, ਜਿਹੜੀ ਸੋਚ, ਜਿਹੜੀ ਜ਼ਿੱਦ, ਜਿਹੜਾ ਫੋਕਸ ਤੁਸੀਂ ਕਿਹਾ ਜਿਵੇਂ ਸੈਲਫ ਡਿਸਿਪਲਿਨ, ਤੁਸੀਂ ਕਿੰਨਾ ਕੁ ਵੇਖਦੇ ਹੋ ਅੱਜ ਦੀ ਜਨਰੇਸ਼ਨ ਦੇ ਵਿੱਚ? ਦੇਖੋ, ਮੈਨੂੰ ਲੱਗਦਾ ਕਿ ਅੱਜ ਵੀ ਇਹ ਹੈ ਵੀ ਔਰ ਹੋਰ ਜ਼ਿਆਦਾ ਹੋ ਸਕਦਾ ਹੈ ਜੀ। ਸ਼ਾਇਦ ਇਹਦੇ 'ਚ ਥੋੜਾ ਜਿਹਾ ਕਸੂਰ ਜਿਹੜੇ ਐਜੂਕੇਸ਼ਨ ਨੂੰ ਹੈਂਡਲ ਕਰਨ ਵਾਲੇ ਆ ਉਹਨਾਂ ਦਾ ਹੈ ਜੀ। ਜਦੋਂ ਅਸੀਂ ਪੜ੍ਹਦੇ ਸੀ ਸਾਡਾ ਐਕਸਪੋਜ਼ਰ ਬੜਾ ਘੱਟ ਸੀ। ਇੰਟਰਨੈਟ ਦੀ ਤਾਂ ਗੱਲ ਛੱਡੋ, ਉਦੋਂ ਰੇਡੀਓ ਵੀ ਕਿਸੇ ਘਰ 'ਚ ਹੁੰਦਾ ਸੀ, ਕਿਸੇ 'ਚ ਨਹੀਂ ਹੁੰਦਾ ਸੀ, ਔਰ TV ਦਾ ਵੀ ਕੋਈ ਸਵਾਲ ਹੀ ਨਹੀਂ ਸੀ, ਡਿਸਟਰੈਕਸ਼ਨ ਕੋਈ ਨਹੀਂ ਸੀ, ਪਰ ਉਹਦੇ ਨਾਲ ਨਾਲ ਗਿਆਨ ਦਾ ਸਾਧਨ ਵੀ ਕੋਈ ਨਹੀਂ ਸੀ। ਸਾਨੂੰ ਲਾਇਬ੍ਰੇਰੀ ਜਾਣਾ ਪੈਂਦਾ ਸੀ, ਕਿਤਾਬਾਂ ਚੁੱਕ ਕੇ ਤੁਸੀਂ ਕਿੰਨੀਆਂ ਕਿਤਾਬਾਂ ਪੜ੍ਹ ਸਕਦੇ ਹੋ। ਹਾਲਾਂਕਿ ਮੈਂ ਤਾਂ ਬਹੁਤ ਪੜ੍ਹੀਆਂ, ਅਗਰ ਕੋਈ ਮੈਨੂੰ ਪੁੱਛੇਗਾ ਤਾਂ ਮੈਂ ਕਿੰਨੀਆਂ ਕਿਤਾਬਾਂ ਪੜ੍ਹੀਆਂ, ਕਿੰਨੀਆਂ ਕਿਤਾਬਾਂ ਪੜ੍ਹੀਆਂ ਸਰ? ਮੇਰੇ ਖਿਆਲ 30,000 ਤੋਂ ਵਧੇਰੇ ਕਿਤਾਬਾਂ ਪੜ੍ਹੀਆਂ ਹੋਣਗੀਆਂ ਮੈਂ, ਕਿਤਾਬਾਂ ਔਰ ਮੈਗਜ਼ੀਨ। ਪਰ ਮੈਨੂੰ ਲੱਗਦਾ ਕਿ ਉਸ ਵੇਲੇ ਇਹ ਬਹੁਤ ਔਖਾ ਕੰਮ ਸੀ। ਹਾਂਜੀ, ਅੱਜ ਸਾਰਾ ਕੁਝ ਤੁਹਾਡੇ ਫਿੰਗਰ ਟਿਪਸ ਤੇ ਹੈ। ਸੋ ਅਗਰ ਮੈਂ ਇੱਕ ਗੱਲ ਕਹਾਂ ਕਿ ਜਿਹੜੀ ਗੱਲ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਕੀਤੀ, ਔਰ ਮੈਂ ਇਹਦਾ ਕ੍ਰੈਡਿਟ ਮਾਨਯੋਗ ਚਾਂਸਲਰ ਸਾਹਿਬ ਨੂੰ ਦੇਣਾ ਚਾਹੁੰਦਾ, ਹਾਂਜੀ, ਕਿ ਜਦੋਂ ਯੂਨੀਵਰਸਿਟੀ ਬਾਰੇ ਜ਼ਿਕਰ ਹੋ ਰਿਹਾ ਸੀ ਤਾਂ ਸਭ ਤੋਂ ਪਹਿਲੀ ਗੱਲ ਹੋਈ ਕਿ ਅੱਜ ਅਸੀਂ ਕਰਨਾ ਕੀ ਹੈ। ਅੱਜ ਦੇ ਬੱਚੇ ਦਾ ਧਿਆਨ ਰੱਖਣਾ ਪਊਗਾ, ਸਟੂਡੈਂਟ ਐਸਪੀਰੇਸ਼ਨ ਦਾ ਧਿਆਨ ਰੱਖਣਾ ਪਊਗਾ। ਅੱਜ ਦਾ ਬੱਚਾ ਕੀ ਚਾਹੁੰਦਾ ਹੈ, ਕਿਵੇਂ ਚਾਹੁੰਦਾ ਹੈ, ਉਹਨੂੰ ਉਹਦੀ ਲੈਵਲ ਤੇ ਆ ਕੇ ਉਹਦੀ ਅੰਡਰਸਟੈਂਡਿੰਗ ਨੂੰ ਧਿਆਨ 'ਚ ਰੱਖਦੇ ਹੋਏ ਉਹਨੂੰ ਸੁਝਾਅ ਦਈਏ ਜੀ। ਔਰ ਮੇਰਾ ਖਿਆਲ ਹੈ ਕਿ ਤੁਸੀਂ ਮੇਰੇ ਨਾਲ ਐਗਰੀ ਕਰੋਗੇ, ਕਿਉਂਕਿ ਮੈਂ ਤਾਂ ਯੂਨੀਵਰਸਿਟੀ ਦਾ ਫਾਊਂਡਰ ਵਾਈਸ ਚਾਂਸਲਰ ਵੀ ਹਾਂ। ਹਾਂਜੀ, ਤਾਂ ਇਸ ਯੂਨੀਵਰਸਿਟੀ 'ਚ ਇਹ ਜਿਹੜਾ ਸਾਡੀ ਅਪਰੋਚ ਹੈ ਇਹਨੇ ਬਹੁਤ ਬਖੂਬੀ ਨਤੀਜੇ ਦਿੱਤੇ ਹੈ। ਸਰ ਮੈਂ ਬਿਲਕੁਲ ਇਸ ਗੱਲ ਨੂੰ ਮੰਨਦੀ ਵੀ ਹਾਂ, ਕਿਉਂਕਿ ਮੈਂ ਵੀ ਐਜੂਕੇਟਡ, ਮੈਂ ਵੀ ਪੜ੍ਹਾਈ ਕੀਤੀ ਹੈ। ਮੇਰੀ ਇਸ ਜਰਨੀ ਇੱਥੋਂ ਤੱਕ ਰੇਡੀਓ ਲਿਆਉਣ ਦੇ ਵਿੱਚ ਮੇਰੇ ਟੀਚਰਸ ਬਹੁਤ ਰਿਸਪੌਂਸਿਬਲ ਨੇ। ਲੇਕਿਨ ਜੇ ਅੱਜ ਮੈਂ ਕੰਫਰਟ, ਫੈਸਿਲਿਟੀ, ਡਾਇਰੈਕਸ਼ਨ, ਅਪਰੋਚੇਬਿਲਟੀ, ਇਨਫਰਾਸਟਰਕਚਰ ਦੀ ਗੱਲ ਦੱਸਾਂ ਤੇ ਸੀਰੀਅਸਲੀ ਮੈਨੂੰ ਇੱਥੇ ਆ ਕੇ ਮੈਂ ਜਿੰਨੇ ਵੀ ਸਟੂਡੈਂਟਸ ਨੂੰ ਮਿਲਦੀ ਹਾਂ ਮੈਂ ਕਹਿੰਦੀ ਹਾਂ ਕਿ ਤੁਹਾਨੂੰ ਥੈਂਕਸ ਵਾਲੀ ਗੱਲ ਹੈ, ਯੂ ਆਰ ਐਟ ਦ ਬੈਸਟ ਪਲੇਸ। ਇਹੀ ਗੱਲ ਮੈਂ ਕਹਿ ਰਿਹਾ ਕਿ ਚਾਂਸਲਰ ਸਾਹਿਬ ਨਾਲ ਜਦੋਂ ਗੱਲ ਹੋਈ ਤਾਂ ਉਹਨਾਂ ਨੇ ਇਹ ਕਿਹਾ ਕਿ ਆਪਾਂ ਬੱਚਿਆਂ ਨੂੰ ਬੈਸਟ ਦੇਣਾ ਹੈ ਜੀ ਸਰ, ਉਹਨਾਂ ਦੀ ਐਕਸਪੈਕਟੇਸ਼ਨ ਤੋਂ ਵਧੇਰੇ ਦੇਣਾ ਹੈ, ਪਰ ਐਟ ਦੀ ਸੇਮ ਟਾਈਮ ਅਸੀਂ ਉਹਨਾਂ ਨੂੰ ਗਾਈਡ ਵੀ ਇਸ ਤਰੀਕੇ ਨਾਲ ਕਰਨਾ ਹੈ। ਮਤਲਬ ਤੁਸੀਂ ਵੇਖੋ ਕਿ ਮਾਡਲ ਕਿਸ ਕਿਸਮ ਦਾ ਹੈ, ਕਿਵੇਂ ਬੱਚੇ ਨੂੰ ਅਸੀਂ ਪ੍ਰੇਰਿਤ ਕਰ ਸਕਦੇ ਹਾਂ। ਹਾਂਜੀ, ਬੱਚੇ ਨੂੰ ਇਹ ਕਹਿਣਾ ਕਿ ਬੇਟਾ ਇਹ ਤੁਹਾਡੀ ਜ਼ਿੰਦਗੀ ਹੈ, ਤੁਹਾਡਾ ਸਾਰਾ ਲਾਈਫ ਸਟੇਕ 'ਤੇ ਲੱਗੀ ਹੋਈ ਹੈ, ਔਰ ਜੇ ਤੁਸੀਂ ਇੱਥੋਂ ਪੂਰੀ ਤਰ੍ਹਾਂ ਕਾਮਯਾਬ ਹੋ ਕੇ ਨਹੀਂ ਜਾਂਦੇ ਜੀ ਤਾਂ ਤੁਹਾਡਾ ਭਵਿੱਖ ਜਿਹੜਾ ਉਹ ਖਰਾਬ ਹੋਣਾ ਹੈ। ਤੋ ਇਹਦੇ ਲਈ ਕਰੇਗੀ ਯੂਨੀਵਰਸਿਟੀ ਕੀ ਕਰੇਗੀ? ਯੂਨੀਵਰਸਿਟੀ ਇਹ ਕਰੇਗੀ ਕਿ ਤੁਸੀਂ ਕੋਈ ਚੀਜ਼ ਮੰਗੋ ਸਾਡੇ ਤੋਂ, ਅਸੀਂ ਤੁਹਾਨੂੰ ਦਿਆਂਗੇ। ਇਨਫਰਾਸਟਰਕਚਰ ਮੇਰਾ ਖਿਆਲ ਹੈ ਤੁਸੀਂ ਮੰਨੋਗੇ ਚੰਡੀਗੜ੍ਹ ਯੂਨੀਵਰਸਿਟੀ ਹੈਜ਼ ਦ ਬੈਸਟ ਇਨਫਰਾਸਟਰਕਚਰ। ਕਿਸੇ ਨੂੰ ਮਤਲਬ ਇੱਕ ਇਹ ਹੁਣ ਆਊਟ ਆਫ ਕੁਐਸਚਨ ਹੈ, ਕੋਈ ਕੰਪੇਅਰ ਹੀ ਨਹੀਂ ਕਰ ਸਕਦਾ। ਕੋਈ ਯੂਨੀਵਰਸਿਟੀ ਦੇ ਵਿੱਚ 10,000 ਕੰਪਿਊਟਰਸ ਮੈਂ ਨਹੀਂ ਵੇਖੇ, ਮੈਂ ਵਰਲਡ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਆਂ ਘੁੰਮ ਕੇ ਆਇਆ। ਯੈਸ ਸਰ, ਤੁਸੀਂ 200 ਦੇ ਕਰੀਬਨ ਯੂਨੀਵਰਸਿਟੀਜ਼ ਘੁੰਮੀਆਂ ਨੇ। ਬਿਲਕੁਲ, ਮੈਂ 200 ਦੇ ਕਰੀਬ ਯੂਨੀਵਰਸਿਟੀਆਂ ਘੁੰਮੀਆਂ 47 ਦੇਸ਼ਾਂ ਵਿੱਚ, ਔਰ ਲਗਭਗ 137-38 ਸ਼ਹਿਰ ਵੀ ਘੁੰਮੇ ਆ। ਫਿਰ ਉਹਦੇ ਨਾਲ ਨਾਲ ਜੋ ਵਾਤਾਵਰਨ ਹੈ, ਜੋ ਬੱਚੇ ਨੂੰ, ਹੁਣ ਦੇਖੋ ਬੱਚੇ ਨੂੰ ਫਸਟ ਈਅਰ ਤੋਂ ਲੈ ਕੇ ਅਸੀਂ ਰਿਸਰਚ ਵਾਲੇ ਪਾਸੇ ਪਾ ਦਿੰਦੇ ਹਾਂ,
ਉਹਨੂੰ ਉਸ ਪਾਸੇ ਰੁਝਾਨ ਉਹਦਾ ਬਣਾਇਆ ਜਾਂਦਾ ਹੈ। ਹਾਂਜੀ ਸਰ। ਤੋ ਉਹ ਮੈਨੂੰ ਲੱਗਦਾ ਕਿ ਜੋ ਬਚਪਨ 'ਚ ਮੈਨੂੰ ਜਿਸ ਕਿਸਮ ਦੀ ਸੇਧ ਮਿਲਦੀ ਰਹੀ ਉਹਦੇ ਨਾਲੋਂ ਵਧੇਰੇ ਵਧੀਆ ਸੇਧ ਅਸੀਂ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਦੇ ਰਹੇ ਹਾਂ ਬੱਚਿਆਂ ਨੂੰ। ਜੀ ਸਰ। ਫੈਸਿਲਿਟੀਜ਼ ਬੈਟਰ ਦੇ ਰਹੇ ਹਾਂ। ਜੀ ਸਰ। ਔਰ ਨਤੀਜਾ ਜਿਹੜਾ ਉਹ ਬੜਾ ਲਾਜਵਾਬ ਹੈ ਕਿ 900 ਪੇਟੈਂਟ ਫਾਈਲ ਕੀਤੇ ਹੋਏ ਹੈ। ਜੀ ਸਰ। ਸਾਡੇ ਬੱਚਿਆਂ ਨੇ ਐਸੇ ਪੇਟੈਂਟ ਕੀਤੇ ਔਰ ਐਸੇ ਚੀਜ਼ਾਂ ਬਣਾਈਆਂ ਕਿ ਭਾਵੇਂ ਉਹ ਵਿਮਨ ਐਮਪਾਵਰਮੈਂਟ, ਵਿਮਨ ਪ੍ਰੋਟੈਕਸ਼ਨ ਦੀ ਗੱਲ ਹੋਵੇ ਜਾਂ ਸਿਕਿਉਰਿਟੀ ਦੀ ਗੱਲ ਹੋਵੇ, ਭਾਵੇਂ ਉਹ ਕਿਸੇ ਵਿਜ਼ੂਅਲੀ ਇੰਪੇਅਰਡ ਲਈ ਜਿਹੜੀ ਉਹ ਵਾਕਿੰਗ ਸਟਿਕ ਬਣਾਈ ਹੈ ਇਲੈਕਟ੍ਰੋਨਿਕਸ ਵਾਲਿਆਂ ਨੇ, ਜਾਂ ਇਹਦੇ ਨਾਲ ਅਸੀਂ ਕੋਈ ਡਸਟਬਿਨ ਬਣਾਇਆ ਸਮਾਰਟ। ਤੋ ਇਹ ਚੀਜ਼ਾਂ ਸਾਰੀਆਂ ਪੋਸੀਬਲ ਤਾਂ ਹੀ ਹੋਈਆਂ ਕਿ CU ਦੇ ਵਿੱਚ ਉਹ ਸਾਰਾ ਮਾਹੌਲ ਬਣਿਆ ਹੈ। ਅਸੀਂ ਮੈਂ ਸਮਝਦਾ ਹੁੰਦਾ ਕਿ ਅਧਿਆਪਕ ਦਾ ਕੰਮ ਇਹ ਹੈ ਕਿ ਜਿਹੜੀਆਂ ਡਿਫਿਕਲਟੀਜ਼ ਜਾਂ ਜਿਹੜੇ ਐਸਪੀਰੇਸ਼ਨਸ ਉਹਨੂੰ ਲੱਗਦਾ ਕਿ ਉਹਦੀ ਲਾਈਫ ਦੇ ਵਿੱਚ ਰਹਿ ਗਈਆਂ, ਹਾਂਜੀ, ਉਹ ਆਉਣ ਵਾਲੇ ਬੱਚਿਆਂ ਨੂੰ ਨਹੀਂ ਹੋਣੀਆਂ ਚਾਹੀਦੀਆਂ। ਉਹਨਾਂ ਨੂੰ ਉਹ ਡਿਫਿਕਲਟੀ ਨਹੀਂ ਹੋਣੀ ਚਾਹੀਦੀ। ਲਾਈਕ ਅ ਪੈਰੈਂਟ ਕਿ ਮੇਰੇ ਬੱਚੇ ਨੂੰ ਸਾਰੀ ਚੀਜ਼ਾਂ ਮਿਲਣੀਆਂ ਚਾਹੀਦੀਆਂ, ਬਲਕਿ ਬੈਟਰ ਦੇਣਾ ਚਾਹੀਦਾ। ਔਰ ਮੈਨੂੰ ਲੱਗਦਾ ਕਿ ਜਿੱਦਾਂ ਤੁਸੀਂ ਕਿਹਾ ਸੀ ਕਿ ਬੱਚਿਆਂ 'ਚ ਬਿਲਕੁਲ ਅੱਜ ਦਾ ਬੱਚਾ ਬਹੁਤ ਸਿਆਣਾ ਹੈ, ਬਹੁਤ ਹੋਣਹਾਰ ਹੈ, ਬੜਾ ਟੈਲੈਂਟਡ ਹੈ, ਬੜਾ ਪ੍ਰੋਪਰਲੀ ਨੌਲੇਜੇਬਲ ਹੈ, ਐਕਸਪੋਜ਼ਡ ਹੈ। The only thing is we have to channelize their energies. ਮੈਂ ਸਰ ਏਜ ਬਹੁਤ ਜ਼ਿਆਦਾ ਡਿਫਰੈਂਸ ਹੈ, ਬਟ ਸਟਿਲ ਜਿਹੜੇ ਲੋਕੀ ਮੈਂ ਬਾਹਰ ਵੇਖੇ ਨੇ, ਜਿਹੜੇ ਆਫਿਸਿਸ ਪ੍ਰੋਫੈਸ਼ਨਲਸ ਵੀ ਵੇਖੇ ਨੇ, ਮੈਂ ਕਹਿ ਸਕਦੀ ਹਾਂ ਕਿ ਜਿਹੜੇ ਸਾਡੇ ਬੱਚੇ ਹੈ ਨਾ, ਉਹਨਾਂ ਨੂੰ ਹੁਣੇ ਤੋਂ ਉਹਨਾਂ ਦੀ ਉਮਰਾਂ ਉਸ ਤੋਂ 10-15 ਸਾਲ ਘੱਟ ਹੋਣੀ ਹੈ, ਫਿਰ ਵੀ ਕੰਪਲੀਟ ਟੱਕਰ ਦੇ ਸਕਦਾ ਹੈ। ਸ਼ਾਇਦ ਉਹ ਜਾਣਦੇ ਨਹੀਂ ਕਿੰਨੇ ਸ਼ੇਰ ਨੇ, ਕਿੰਨੀ ਸ਼ੇਰਨੀਆਂ ਨੇ ਇੱਥੇ, ਐਂਡ ਦੇ ਆਰ ਟੈਲੈਂਟਡ ਆਲਸੋ, ਐਂਡ ਦੇ ਆਰ ਫੋਕਸਡ ਆਲਸੋ, ਐਂਡ ਦੇ ਆਰ ਸੋ ਇਕਵਿਪਡ। ਦੇਖੋ, ਡਿਸਿਪਲਿਨ ਜਿਹੜਾ ਹੈ ਉਹ ਸਾਡੀ ਯੂਨੀਵਰਸਿਟੀ ਦੀ ਇੱਕ ਹਾਲਮਾਰਕ ਹੈ। ਹਾਂਜੀ, ਮੈਂ ਵੇਖਿਆ ਜਿੰਨਾ ਵਧੀਆ ਡਿਸਿਪਲਿਨ ਸਾਡੇ ਬੱਚੇ ਰਹਿੰਦੇ ਆ ਆਪਣੀ ਮਰਜ਼ੀ ਨਾਲ। ਜੀ ਸਰ। ਕਿਉਂਕਿ ਇੰਸਪੀਰੇਸ਼ਨਲ ਮਾਡਲ ਹੈ, ਬੱਚਿਆਂ ਨੂੰ ਇੰਸਪਾਇਰ ਕੀਤਾ ਜਾਂਦਾ, ਬੱਚਿਆਂ ਦੀ ਗੱਲ ਸੁਣੀ ਜਾਂਦੀ ਹੈ, ਬੱਚਿਆਂ ਨੂੰ ਬੋਰਡ ਆਫ ਸਟੱਡੀ 'ਚ ਰੱਖਿਆ ਹੈ, ਬੱਚਿਆਂ ਨੂੰ ਐਕੈਡੈਮਿਕ ਕਾਉਂਸਲ 'ਚ ਰੱਖਿਆ ਹੈ, ਬੱਚਿਆਂ ਨੂੰ ਹਰ ਡਿਸੀਜਨ ਮੇਕਿੰਗ ਬੋਡੀ ਦੇ ਵਿੱਚ ਰੱਖਿਆ ਹੋਇਆ। ਮੈਂ ਇੰਡੀਆ ਨਹੀਂ, ਮੈਂ ਕਹਿੰਦਾ ਵਰਲਡ ਦੀ ਕੋਈ ਯੂਨੀਵਰਸਿਟੀ ਨਹੀਂ ਹੈ ਜਿਹਦੇ ਵਿੱਚ ਕਿ ਬੱਚਿਆਂ ਨੂੰ ਸ਼ਾਮਲ ਕੀਤਾ ਜਾਵੇ। ਅਧਿਆਪਕਾਂ ਨੂੰ ਤਾਂ ਸ਼ਾਮਲ ਕਰਦੇ ਆ, ਪਰ ਵਿਦਿਆਰਥੀਆਂ ਨੂੰ ਕੋਈ ਸ਼ਾਮਲ ਨਹੀਂ ਕਰਦਾ। ਅਸੀਂ ਵਿਦਿਆਰਥੀਆਂ ਨੂੰ ਪਹਿਲੇ ਦਿਨ ਤੋਂ ਸ਼ਾਮਲ ਕੀਤਾ ਇਸ ਸਾਰੇ ਪ੍ਰੋਸੈਸ ਦੇ ਵਿੱਚ, ਤਾਂ ਉਹਨਾਂ ਨੂੰ ਵਿਸ਼ਵਾਸ ਹੈ। ਇਹ ਇੱਕ ਨਾ ਦੇਖੋ, ਸਾਰਾ ਕ੍ਰਾਈਸਿਸ ਜਦੋਂ ਵੀ ਜਿੱਥੇ ਹੁੰਦਾ ਹੈ ਉਹ ਹੁੰਦਾ ਲੈਕ ਆਫ ਕੌਨਫੀਡੈਂਸ ਦਾ। ਜਿੱਦਣ ਬੱਚੇ ਨੂੰ ਇਹ ਵਿਸ਼ਵਾਸ ਹੋ ਜਾਏ ਕਿ ਇਹ ਜਿਹੜੇ ਸਾਡੇ ਅਧਿਆਪਕ ਨੇ ਜਾਂ ਸਾਡਾ ਵਾਈਸ ਚਾਂਸਲਰ ਹੈ ਜਾਂ ਪ੍ਰੋ ਚਾਂਸਲਰ ਹੈ ਜਾਂ ਚਾਂਸਲਰ ਹੈ, ਇਹ ਸਾਡੇ ਹਿੱਤ ਦੀ ਗੱਲ ਕਰ ਰਿਹਾ, ਸਾਡੇ ਲਈ ਹੀ ਸਾਰਾ ਕੁਝ ਕਰ ਰਿਹਾ, ਤੇ ਮੈਨੂੰ ਲੱਗਦਾ ਉਹ ਤੁਹਾਡੀ ਖਾਤਰ ਕੁਝ ਵੀ ਕਰਨਗੇ। ਬਿਲਕੁਲ, ਉਹ ਅਪਰੋਚੇਬਲ ਵੀ ਤੇ ਹੋਣਾ ਤੁਸੀਂ ਸਰ, ਕੋਈ ਸਵਾਲ ਲੈ ਕੇ ਆ ਸਕਦਾ ਹੈ, ਤੁਸੀਂ ਉਹਦਾ ਜਵਾਬ ਵੀ ਦਿੰਦੇ ਹੋ। ਔਰ ਹੁਣੇ ਆਪਾਂ ਸਮਵੇਅਰ ਬੈਠਣ ਦੇ ਪਿੱਛੇ ਦਾ ਰੀਜ਼ਨ ਵੀ ਇਹੀ ਹੈ ਕਿ ਹੋਰ ਕਨੈਕਟੀਵਿਟੀ ਵਧੇ। ਬਿਲਕੁਲ ਠੀਕ ਹੈ ਜੀ ਸਰ। ਜਿੱਥੇ ਅਸੀਂ ਕਨੈਕਟੀਵਿਟੀ ਦੀ ਗੱਲ ਕਰ ਰਹੇ ਹਾਂ, ਚੰਡੀਗੜ੍ਹ ਯੂਨੀਵਰਸਿਟੀ ਦੇ ਕੋਲ ਬਹੁਤ ਸਾਰੇ ਤਮਗੇ ਨੇ ਹੋਰ ਫਿਊਚਰ ਵਿੱਚ, ਕਿਉਂਕਿ ਟੀਮ ਇੰਨੀ ਜ਼ਬਰਦਸਤ ਹੈ ਔਰ ਟੀਮ ਬਣਦੀ ਹੈ, ਚਾਹੇ ਅਸੀਂ ਗਾਰਡ ਸਾਹਿਬ ਦੀ ਗੱਲ ਕਰੀਏ ਜਾਂ ਉੱਪਰ ਫੈਕਲਟੀ ਦੀ ਗੱਲ ਕਰੀਏ, ਕੋਈ ਵੀ, ਹਰ ਬੰਦਾ ਆਪਣੇ ਆਪ ਵਿੱਚ ਇੱਕ ਪਿਲਰ ਹੈ ਸਰ। ਇੱਦਾਂ ਹੀ ਆਪਣਾ ਜਿਹੜਾ ਸਪਰੈਡ ਹੋ ਰਿਹਾ ਹੈ, ਆਪਾਂ ਡਿਸਟੈਂਸ ਐਜੂਕੇਸ਼ਨ ਤੱਕ ਲੈ ਕਰ ਜਾ ਰਹੇ ਹਾਂ। ਪਹਿਲੇ ਆਪਾਂ ਗੱਲ ਕਰਦੇ ਸੀ ਕਿ ਪਿਆਸਾ ਕੁएं ਕੇ ਪਾਸ ਜਾਤਾ ਹੈ, ਜਾਂ ਇੱਥੇ ਕੁआं ਪਿਆਸੇ ਦੇ ਕੋਲ ਆ ਰਿਹਾ। ਤੇ ਤੁਸੀਂ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਦਾ ਗ੍ਰੇਟ ਇਨੀਸ਼ੀਏਟਿਵ ਹੈ ਡਿਸਟੈਂਸ ਐਜੂਕੇਸ਼ਨ, ਉਹਦੇ ਬਾਰੇ 'ਚ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸੁਣਨ ਵਾਲੇ ਨੇ, ਜਿਨ੍ਹਾਂ ਨੂੰ ਲੱਗਦਾ ਕਿ ਆਪਾਂ ਕਿੱਦਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਲ ਜੁੜੀਏ। ਬਿਲਕੁਲ, ਬਹੁਤ ਅੱਛਾ ਜੀ। ਇਹ ਇੱਕ ਐਸਾ ਖੇਤਰ ਹੈ ਜਿਹਦੇ ਬਾਰੇ ਲੋਕਾਂ ਦੇ ਮਨ 'ਚ ਕਈ ਸਾਰੀਆਂ ਸ਼ੰਕਾਵਾਂ ਵੀ ਨੇ, ਕਈ ਭਰਮ ਨੇ, ਭੁਲੇਖੇ ਨੇ, ਔਰ ਕਈ ਵਾਰੀ ਉਹਨਾਂ ਨੂੰ ਕਲੈਰਿਟੀ ਵੀ ਨਹੀਂ ਹੁੰਦੀ। ਮੈਂ ਇੱਥੋਂ ਸ਼ੁਰੂ ਕਰੂੰਗਾ ਕਿ ਇਹ ਜਿਹੜਾ ਡਿਸਟੈਂਸ ਐਜੂਕੇਸ਼ਨ ਆ, ਇਹਦਾ ਪਹਿਲਾ ਵਰਸ਼ਨ ਜਿਹੜਾ ਬੜੇ ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਉਹ ਕਿਹਾ ਜਾਂਦਾ ਸੀਗਾ ਕਿ ਜਿਹਦੇ ਵਿੱਚ ਅਸੀਂ ਇਹ ਕਹਿੰਦੇ ਸੀ ਕਿ ਜਿਹੜਾ ਡਿਸਟੈਂਸ ਦੀ ਬਜਾਏ ਕੋਰਸਪੋਂਡੈਂਸ ਵਰਡ ਯੂਜ਼ ਕੀਤਾ ਜਾਂਦਾ ਸੀ। ਕੋਰਸਪੋਂਡੈਂਸ ਕੋਰਸਿਸ ਆਫਰ ਹੁੰਦੇ ਸੀ ਯੂਨੀਵਰਸਿਟੀਆਂ ਵੱਲੋਂ, ਔਰ ਉਹਦੇ ਵਿੱਚ ਬੱਚੇ ਨੂੰ ਲੈਸਨ ਭੇਜੇ ਜਾਂਦੇ ਸੀ, ਔਰ ਫਿਰ ਸਾਲ ਦੇ ਵਿੱਚ, ਕਿਉਂਕਿ ਐਨੂਅਲ ਸਿਸਟਮ ਹੁੰਦਾ ਸੀ, ਸਾਲ ਦੇ ਵਿੱਚ 10 ਕੁ ਦਿਨ 15 ਦਿਨ ਉਹਨਾਂ ਦਾ ਇੱਕ, ਜਿਹਨੂੰ ਉਹ ਕਹਿੰਦੇ ਹੁੰਦੇ ਸੀਗੇ ਕਿ ਪਰਸਨਲ ਕੰਟੈਕਟ ਪ੍ਰੋਗਰਾਮ ਹੋਊਗਾ, ਜਿਹਦੇ 'ਚ ਕਿ ਉਹ ਟੀਚਰ ਨੂੰ ਮਿਲਣਗੇ, ਆਪਣੇ ਸਵਾਲ ਜਵਾਬ ਹੋਣਗੇ। ਉਹ ਵੀ ਕਈ ਵਾਰੀ ਫਰਜ਼ੀ ਹੁੰਦਾ ਸੀ, ਕਈ ਵਾਰੀ ਸਹੀ ਹੁੰਦਾ ਸੀ। ਤਾਂ ਉਹ ਇੱਕ ਮਾਡਲ ਸੀਗਾ। ਉਸ ਤੋਂ ਬਾਅਦ ਕੋਈ ਚੈਨਲਾਈਜ਼ਡ ਜਾਂ ਸਿਸਟਮੈਟਿਕ ਉਦੋਂ ਨਹੀਂ ਸੀ ਹੁੰਦੀਆਂ ਸਾਰੀਆਂ ਚੀਜ਼ਾਂ। ਮੈਂ ਥੋੜ੍ਹਾ ਕ੍ਰੈਡਿਟ UGC ਨੂੰ ਵੀ ਦੇਣਾ ਚਾਹੂੰਗਾ ਔਰ ਸਰਕਾਰ ਨੂੰ, ਕਿ ਉਹਨਾਂ ਨੇ ਇਹਨੂੰ ਚੈਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ। ਤੋ ਚੰਡੀਗੜ੍ਹ ਯੂਨੀਵਰਸਿਟੀ ਨੇ, ਅਸੀਂ 8 ਸਾਲ ਓਲਡ ਯੂਨੀਵਰਸਿਟੀ ਹਾਂ ਸਿਰਫ, ਪਰ ਅਸੀਂ ਹੁਣ ਤੱਕ ਇਹ ਪ੍ਰੋਗਰਾਮ ਨਹੀਂ ਸੀ ਸ਼ੁਰੂ ਕੀਤਾ ਪਿਛਲੇ ਸਾਲ ਤੋਂ ਪਹਿਲਾਂ, ਕਿਉਂਕਿ ਅਸੀਂ ਚਾਹੁੰਦੇ ਸੀ ਕਿ ਅਸੀਂ ਰੈਗੂਲੇਸ਼ਨ ਦੇ ਮੁਤਾਬਕ ਕਰੀਏ। ਸੋ ਹੁਣ ਅਸੀਂ ਵੀ ਆਰ ਐਮਪਾਵਰਡ, ਕਿਉਂਕਿ ਅਸੀਂ A+ ਅਕ੍ਰੈਡਿਟਡ ਯੂਨੀਵਰਸਿਟੀ ਹਾਂ।
ਤੋ ਅਸੀਂ ਆਥੋਰਾਈਜ਼ਡ ਹਾਂ, UGC ਵੱਲੋਂ ਅਪਰੂਵਡ ਹੈ ਸਾਡੇ ਪ੍ਰੋਗਰਾਮ ਜਿਹੜੇ ਵੀ ਅਸੀਂ ਆਫਰ ਕਰ ਰਹੇ ਹਾਂ। ਇਹ ਅਸੀਂ ਜਿਹੜਾ ਕਰ ਰਹੇ ਹਾਂ ਡਿਸਟੈਂਸ ਮੋਡ ਹੈ, ਮੈਂ ਇਹਨੂੰ ਕਹੂੰਗਾ ਡਿਜੀਟਲ ਮੋਡ। ਡਿਸਟੈਂਸ ਮੋਡ ਹੈ, ਕੋਰਸਪੋਂਡੈਂਸ ਨਾਲੋਂ ਵੱਖਰਾ ਹੈ। ਤੋ ਚੰਡੀਗੜ੍ਹ ਯੂਨੀਵਰਸਿਟੀ ਦਾ ਇਹ ਵਿਸ਼ਵਾਸ ਹੈ ਕਿ ਜਿਸ ਫਾਰਮੈਟ ਦੇ ਵਿੱਚ ਵੀ ਅਸੀਂ ਸਿੱਖਿਆ ਦਈਏ ਬੱਚੇ ਨੂੰ, ਉਹ ਆਪਣੇ ਆਪ ਦੇ ਵਿੱਚ ਇੱਕ ਅਵਲ ਨੰਬਰ ਦੀ, ਜੇ ਮੈਂ ਕਹਾਂ ਕਿ ਦੁਨੀਆ ਭਰ ਦੇ ਵਿੱਚ ਵਰਲਡ ਕਲਾਸ ਜਾਂ ਕਿਸੇ ਨਾਲ ਵੀ ਬੈਸਟ ਦ ਵਰਲਡ ਨਾਲ ਕੰਪੇਰੇਬਲ ਹੋਵੇ, ਹਾਂਜੀ ਸਰ, ਤਾਂ ਉਹ ਗਲਤ ਨਹੀਂ ਹੋਊਗਾ। ਤੋ ਇਸ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਦੇ ਰਹੀ ਹੈ ਡਿਸਟੈਂਸ ਐਜੂਕੇਸ਼ਨ, ਜਿਹਨੂੰ ਮੈਂ ਡਿਜੀਟਲ ਐਜੂਕੇਸ਼ਨ ਕਹੂੰਗਾ ਜਾਂ ਆਨਲਾਈਨ ਐਜੂਕੇਸ਼ਨ, ਇਹਦੇ ਵਿੱਚ ਅਸੀਂ ਉਹ ਵਿਸ਼ੇ ਵੀ ਲਏ ਹੈ, ਸਿਰਫ ਉਹੀ ਵਿਸ਼ੇ ਲਏ ਹੈ ਜਿਹੜੇ ਕਿ UGC ਵੱਲੋਂ ਪ੍ਰਵਾਨਿਤ ਹੈ, ਜਿਹੜੇ ਸੁਪਰੀਮ ਕੋਰਟ ਨੇ ਵੀ ਅਲਾਓ ਕੀਤੇ ਹੈ। ਕਿਉਂਕਿ ਸੁਪਰੀਮ ਕੋਰਟ ਨੇ ਇੰਜੀਨੀਅਰਿੰਗ ਨੂੰ, ਸਾਇੰਸਿਸ ਨੂੰ ਇਸ ਚੋਂ ਬਾਹਰ ਰੱਖਿਆ ਸੀ ਕਿ ਉਹਨਾਂ ਦੇ ਵਿੱਚ ਡਿਸਟੈਂਸ ਐਜੂਕੇਸ਼ਨ ਨਹੀਂ ਹੋ ਸਕਦੀ, ਜਿਹਦੇ 'ਚ ਕਿ ਲੈਬ 'ਚ ਜਾ ਕੇ ਆਪਣੇ ਹੱਥੀਂ ਪ੍ਰੈਕਟੀਕਲ ਕਰਨਾ ਬੜਾ ਜ਼ਰੂਰੀ ਹੈ। ਤੋ ਇਹ ਅਸੀਂ ਉਹ ਰੱਖਿਆ ਵਿਸ਼ੇ ਜਿਹਦੇ 'ਚ BCom ਹੈ, BCom ਆਨਰਸ ਹੈ, BBA, MBA ਹੈ, BCA, MCA ਹੈ, ਉਸ ਤੋਂ ਇਲਾਵਾ BA, MAs ਹੈਗੀਆਂ। ਤੋ ਇੱਦਾਂ ਦੇ ਪ੍ਰੋਗਰਾਮ ਅਸੀਂ ਰੱਖੇ ਹੈ, 10 ਪ੍ਰੋਗਰਾਮ ਹੈ ਜਿਨ੍ਹਾਂ ਦੇ ਵਿੱਚ ਕਿ ਬੱਚਾ ਡਿਸਟੈਂਸ ਐਜੂਕੇਸ਼ਨ ਲੈ ਸਕਦਾ। ਇਹਦੇ ਨਾਲ ਹੀ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਅਸੀਂ ਜਿਹੜਾ ਸਿਲੇਬਸ ਰੱਖਿਆ ਹੋਇਆ, ਹਾਂਜੀ ਸਰ, ਉਹ ਇਸ ਡਿਸਟੈਂਸ ਮੋਡ ਦਾ ਤੇ ਰੈਗੂਲਰ ਮੋਡ ਦਾ ਸੇਮ ਰੱਖਿਆ ਹੋਇਆ। ਅੱਛਾ, ਸੋ ਇਸ ਕਰਕੇ ਬੱਚੇ ਨੂੰ ਕਿਸੇ ਤਰ੍ਹਾਂ ਦਾ ਕੋਈ ਘਾਟਾ ਨਹੀਂ ਪਊਗਾ। ਉਹਦੀ ਡਿਗਰੀ ਜਿਹੜੀ ਹੈ ਕਿਸੇ ਗੱਲੋਂ ਵੀ ਆਈ ਵੁੱਡ ਸੇ ਕਿ ਹੀਨ ਨਹੀਂ ਹੋਊਗੀ, ਘਟੀਆ ਨਹੀਂ ਹੋਊਗੀ, ਉਹਦੇ ਨਾਲੋਂ ਮਾੜੀ ਨਹੀਂ ਹੋਊਗੀ ਰੈਗੂਲਰ ਡਿਗਰੀ ਨਾਲੋਂ। ਹਾਲਾਂਕਿ ਮੈਂ ਵੀ ਸਪਸ਼ਟ ਕਰਨਾ ਚਾਹੁੰਦਾ ਕਿ ਦੇਖੋ, ਡਿਸਟੈਂਸ ਐਜੂਕੇਸ਼ਨ ਕਦੀ ਵੀ ਰੈਗੂਲਰ ਐਜੂਕੇਸ਼ਨ ਦਾ, ਜਾਂ ਮੈਂ ਕੈਂਪਸ ਐਜੂਕੇਸ਼ਨ ਵਰਡ ਯੂਜ਼ ਕਰੂੰਗਾ, ਹਾਂਜੀ, ਕੈਂਪਸ ਦੀ ਐਜੂਕੇਸ਼ਨ ਦਾ ਸਬਸਟੀਟਿਊਟ ਨਹੀਂ ਹੋ ਸਕਦਾ। ਬਿਲਕੁਲ, ਕਿਉਂਕਿ ਜਿਹੜੀ ਸਿੱਖਿਆ ਹੈ ਉਹ ਕੇਵਲ ਡਿਗਰੀ ਪ੍ਰਾਪਤ ਕਰਨਾ ਨਹੀਂ, ਹਾਂਜੀ, ਜਾਂ ਕੇਵਲ ਸਰਟੀਫਿਕੇਟ ਲੈਣਾ ਨਹੀਂ, ਥੋੜ੍ਹੀ ਬਹੁਤ ਨੌਲੇਜ ਗੇਨ ਕਰਨਾ ਨਹੀਂ, ਉਹਦੇ ਵਿੱਚ ਅਸੀਂ ਲਾਈਫ ਸਕਿੱਲ ਸਿੱਖਦੇ ਹਾਂ, ਜਿਹੜੇ ਲਾਈਫ ਸਕਿੱਲ ਕੈਂਪਸ 'ਤੇ ਸਿੱਖੇ ਜਾ ਸਕਦੇ ਆ। ਪਰ ਮੈਂ ਨਾਲੇ ਵੀ ਕਹੂੰਗਾ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ ਹੁੰਦੇ ਆ ਜਿਹੜੇ ਬਾਅਦ ਮੈਂ ਬੱਚੇ ਵੀ ਔਰ ਮੈਂ ਬਜ਼ੁਰਗ ਵੀ ਕਹੂੰਗਾ, ਜਿਹੜੇ ਕਿ ਕਿਸੇ ਵਜ੍ਹਾ ਕਰਕੇ ਮੇ ਬੀ ਉਹਨਾਂ ਨੂੰ ਵਿੱਤੀ ਪ੍ਰੋਬਲਮ ਹੈ, ਫਾਈਨੈਂਸ਼ੀਅਲ ਪ੍ਰੋਬਲਮ ਹੈ, ਜਾਂ ਉਹਨਾਂ ਦੇ ਪਰਿਵਾਰ ਦੇ ਕੁਛ ਇਸ ਤਰ੍ਹਾਂ ਦੇ ਹਾਲਾਤ ਹੋ ਗਏ, ਜਾਂ ਨਿੱਜੀ ਹਾਲਾਤ ਇੱਦਾਂ ਦੇ ਹੋ ਗਏ ਕਿ ਉਹ ਪੜ੍ਹਾਈ ਜਾਰੀ ਨਹੀਂ ਰੱਖ ਸਕੇ ਜਾਂ ਅੱਗੋਂ ਨਹੀਂ ਪੜ੍ਹ ਸਕੇ। ਜਾਂ ਜਿੱਦਾਂ ਹੁਣ ਮੈਂ ਇਹ ਵੀ ਕਹੂੰਗਾ ਕਿ ਕੋਈ ਬੱਚੇ ਨੇ ਕੋਈ BA ਕਰ ਲਈ, ਉਹਦੇ ਬਾਅਦ ਉਹਨੂੰ ਨੌਕਰੀ ਮਿਲ ਗਈ। ਅੱਛਾ, ਕਈਆਂ ਦੇ ਘਰ ਦੇ ਹਾਲਾਤ ਇੱਦਾਂ ਹੁੰਦੇ ਆ ਕਿ ਫਾਦਰ ਨਹੀਂ ਰਹੇ, ਫਾਦਰ ਦੇ ਬਦਲੇ 'ਚ ਉਹਨੂੰ ਨੌਕਰੀ ਮਿਲ ਗਈ, ਉਹ ਇੱਛਾ ਹੁੰਦੇ ਹੋਏ ਵੀ ਪੜ੍ਹਾਈ ਨਹੀਂ ਕਰ ਪਾਉਂਦਾ। ਤੋ ਉਹਨਾਂ ਕੇਸਿਸ ਦੇ ਵਿੱਚ ਅਸੀਂ, ਚੰਡੀਗੜ੍ਹ ਯੂਨੀਵਰਸਿਟੀ ਇਹ ਵਿਸ਼ਵਾਸ ਰੱਖਦੀ ਹੈ ਕਿ ਅਗਰ ਉਹਨਾਂ ਨੇ ਪੜ੍ਹਾਈ ਕਰਨੀ ਹੈ ਤਾਂ ਅਸੀਂ ਉਹਨੂੰ ਡਿਸਟੈਂਸ ਡਿਜੀਟਲ ਮੋਡ ਦੇ ਵਿੱਚ ਪੜ੍ਹਾਈ ਕਰਾ ਸਕਦੇ ਹਾਂ। ਉਹਨਾਂ ਨੂੰ ਉਸੇ ਤਰ੍ਹਾਂ ਹੀ ਪੜ੍ਹਾਇਆ ਜਾਊਗਾ। ਸ਼ਰਤ ਸਿਰਫ ਇਹ ਹੈ ਕਿ ਅਸੀਂ ਉਹਨਾਂ ਨੂੰ ਕੈਂਪਸ 'ਤੇ ਨਹੀਂ ਬੁਲਾਵਾਂਗੇ, ਅਸੀਂ ਉਹਨਾਂ ਨੂੰ ਇੱਕ ਬਹੁਤ ਵਧੀਆ ਪਲੇਟਫਾਰਮ ਦੇ ਥਰੂ, ਔਰ ਜਿਹੜਾ ਸਾਡਾ ਪਲੇਟਫਾਰਮ ਹੈ, ਫਿਰ ਮੈਂ ਬਹੁਤ ਖੁਸ਼ੀ ਔਰ ਮਾਣ ਨਾਲ ਅਸੀਂ ਦੋਨੇ ਹੀ ਇਹ ਗੱਲ ਸਾਂਝੀ ਕਰ ਸਕਦੇ ਹਾਂ ਕਿ ਸਾਡੇ ਕੋਲੇ ਵਰਲਡ ਦੇ ਬੈਸਟ ਪਲੇਟਫਾਰਮ 'ਚੋਂ ਇੱਕ ਪਲੇਟਫਾਰਮ ਅਸੀਂ ਖਰੀਦਿਆ ਜੀ ਸਰ। ਕੁਛ ਇਹਦੇ 'ਚ ਆਫਕੋਰਸ ਕੰਟਰੀਬਿਊਸ਼ਨ ਕੋਵਿਡ ਦਾ ਵੀ ਹੈ ਕਿ ਉਸ ਸਮੇਂ ਦੌਰਾਨ ਜਦੋਂ ਅਸੀਂ ਬਲੈਂਡਡ ਲਰਨਿੰਗ ਸ਼ੁਰੂ ਕੀਤੀ ਤਾਂ ਅਸੀਂ ਇਹ ਇੱਕ ਪਲੇਟਫਾਰਮ ਲੈ ਲਿਆ ਜਿਹਨੂੰ ਬਲੈਕ ਬੋਰਡ ਕਹਿੰਦੇ ਆ, ਬਲੈਕ ਬੋਰਡ LMS ਕਹਿੰਦੇ, ਲਰਨਿੰਗ ਮੈਨੇਜਮੈਂਟ ਸਿਸਟਮ। ਔਰ ਇਹ ਜਿਹੜਾ ਹੈ ਇੰਨੀ ਪਾਵਰਫੁਲ ਟੈਕਨੋਲੋਜੀ ਹੈ ਕਿ ਜਦੋਂ ਬੱਚਾ ਇਹ ਕਲਾਸ ਅਟੈਂਡ ਕਰੇਗਾ, ਉਹਨੂੰ ਰਿਕਾਰਡਡ ਕਲਾਸ ਵੀ ਜਾ ਸਕਦੀ ਹੈ, ਰੈਗੂਲਰ ਕਲਾਸ ਬੱਚਾ, ਟੀਚਰ ਜਿਹੜਾ ਹੈ ਕੈਂਪਸ 'ਤੇ ਪੜ੍ਹਾ ਰਿਹਾ ਔਰ ਬੱਚਾ ਆਪਣੇ ਘਰ ਪੜ੍ਹ ਰਿਹਾ ਬੈਠ ਕੇ, ਔਰ 1 to 1 ਹੀ ਹੈ ਉਹ ਇੱਕ ਕਿਸਮ ਦਾ ਕਿ ਕਲਾਸ ਸਾਰੀ ਅਟੈਂਡ ਕਰ ਰਹੀ ਹੈ। ਰਿਕਾਰਡਡ ਵੀ ਹੋਏਗੀ, ਉਹਦੀ ਰਿਕਾਰਡਿੰਗ ਨਹੀਂ ਹੈ, ਲਾਈਵ ਵੀ ਹੋਏਗੀ, ਰਿਕਾਰਡਿੰਗ ਵੀ ਹੋ ਸਕਦੀ ਹੈ। ਉਹਦੇ 'ਚ ਬੱਚਾ ਸਵਾਲ ਪੁੱਛ ਸਕਦਾ ਹੈ, ਅੱਛਾ, ਸਵਾਲ ਪੁੱਛ ਸਕਦਾ, ਉਹਦਾ ਜਵਾਬ ਮਿਲੇਗਾ, ਪੂਰਾ ਕਲਾਸ ਵਾਲਾ ਫੀਲ ਹੈ, ਕਲਾਸ ਵਾਲੀ ਫੀਲ ਹੈ। ਔਰ ਉਸੇ ਤਰ੍ਹਾਂ ਦੀਆਂ ਅਸਾਈਨਮੈਂਟਸ, ਉਸੇ ਤਰ੍ਹਾਂ ਦਾ ਐਗਜ਼ਾਮੀਨੇਸ਼ਨ ਪੇਪਰ ਵੀ ਉਸੇ ਤਰ੍ਹਾਂ ਹੋਏਗਾ। ਔਰ ਸਾਰੇ ਦਾ ਸਾਰਾ ਜਿਹੜਾ ਸਿਸਟਮ ਹੈਗਾ ਅਸੀਂ ਇਸ ਤਰੀਕੇ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਸ ਬੱਚੇ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਾ ਰਵੇ ਡਿਗਰੀ ਲੈਣ ਦੇ। ਹਾਲਾਂਕਿ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹ ਸਬਸਟੀਟਿਊਟ ਨਹੀਂ ਹੈ। ਮੈਂ ਇਹ ਨਹੀਂ ਕਹੂੰਗਾ ਕਿ ਬੱਚਾ ਜਿਹੜਾ ਉਹ ਵਿਹਲਾ ਤੁਰਿਆ ਫਿਰੇ ਤੇ ਫਿਰ ਉਹ ਕਹੇ ਮੈਂ ਕੈਂਪਸ 'ਤੇ ਨਹੀਂ ਆਉਣਾ ਤੇ ਬਲਕਿ ਉੱਥੇ ਬਾਹਰ ਹੀ ਰਹਿ ਕੇ ਪੜ੍ਹ ਲੂੰਗਾ। ਉਹਦੇ ਨਾਲ ਨੁਕਸਾਨ ਜ਼ਿਆਦਾ ਹੋਣ ਦੀ ਸੰਭਾਵਨਾ ਹੈ, ਫਾਇਦਾ ਘੱਟ ਹੋਣ ਦੀ। ਪਰ ਜਿਹੜੇ ਵੀ EMPLOYED ਹੈ ਉਹ ਜਿੱਥੇ ਵੀ ਬੈਠਾ ਹੈ, ਹੁਣ ਇਹਦੇ ਨਾਲ ਇਹ ਵੀ ਹੈ ਇੱਕ ਡਿਸਟੈਂਸ ਐਜੂਕੇਸ਼ਨ ਜਾਂ ਡਿਜੀਟਲ ਮੋਡ ਦਾ ਇਹ ਵੀ ਫਾਇਦਾ ਹੈ ਕਿ ਜਿੱਦਾਂ ਹੁਣ ਚੰਡੀਗੜ੍ਹ ਯੂਨੀਵਰਸਿਟੀ A+ ਐਕ੍ਰੈਡਿਟਡ ਹੈ ਜੀ। ਮੇਰੇ ਖਿਆਲ ਤੁਸੀਂ ਤਾਂ ਜਾਣਦੇ ਹੋ, ਸਾਰੇ ਬਹੁਤ ਸਾਰੇ ਦਰਸ਼ਕ ਨਹੀਂ ਜਾਣਦੇ ਹੋਣਗੇ, ਸਰੋਤਾ ਨਹੀਂ ਜਾਣਦੇ ਹੋਣਗੇ ਕਿ ਪੂਰੇ ਭਾਰਤ ਵਿੱਚ 1079 ਯੂਨੀਵਰਸਿਟੀਆਂ ਹੈ। 1079 ਯੂਨੀਵਰਸਿਟੀਆਂ ਜਿਹਦੇ ਵਿੱਚੋਂ ਕੇਵਲ 26 ਯੂਨੀਵਰਸਿਟੀਆਂ ਜਿਹੜੀਆਂ A+ ਐਕ੍ਰੈਡਿਟਡ ਹੈ। ਵਾਓ! ਔਰ 26 ਚੋਂ
ਚੰਡੀਗੜ੍ਹ ਯੂਨੀਵਰਸਿਟੀ ਔਰ ਅਸੀਂ ਯੰਗੈਸਟ ਯੂਨੀਵਰਸਿਟੀ ਬਣੇ ਇੰਡੀਆ ਦੀ, ਜਿਹਨੂੰ ਕਿ A+ ਐਕ੍ਰੈਡੀਟੇਸ਼ਨ, ਡਾਇਮੰਡ ਰੇਟਿੰਗ ਵੀ ਹੈ, ਡਾਇਮੰਡ ਰੇਟਿੰਗ ਮੇਰੀ। ਔਰ ਫਿਰ ਅਗਰ ਪ੍ਰਾਈਵੇਟ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ 361 ਯੂਨੀਵਰਸਿਟੀਆਂ ਪ੍ਰਾਈਵੇਟ, ਉਹ 'ਚੋਂ ਕੇਵਲ 4 ਯੂਨੀਵਰਸਿਟੀਆਂ ਜਿਹੜੀਆਂ A+ ਹੈ। ਤੋ ਉਹ ਬੱਚਾ ਭਾਵੇਂ ਉਹ ਤ੍ਰਿਵੰਡਮ 'ਚ ਬੈਠਾ, ਭਾਵੇਂ ਅਸਾਮ 'ਚ ਬੈਠਾ, ਭਾਵੇਂ ਕਸ਼ਮੀਰ 'ਚ ਬੈਠਾ, ਤੇ ਉਹ ਨਹੀਂ ਕੈਂਪਸ 'ਤੇ ਆ ਸਕਦਾ, ਤਾਂ ਉਹ ਉੱਥੇ ਬਹਿ ਕੇ ਵੀ ਇੱਕ ਵਧੀਆ ਯੂਨੀਵਰਸਿਟੀ, ਐਕ੍ਰੈਡੀਟਡ ਯੂਨੀਵਰਸਿਟੀ ਚੁਣ ਸਕਦਾ, A+ ਯੂਨੀਵਰਸਿਟੀ ਚੁਣ ਸਕਦਾ, ਤੇ ਉੱਥੋਂ ਡਿਸਟੈਂਸ ਮੋਡ ਦੇ ਵਿੱਚ ਮਤਲਬ ਕੋਈ ਵੀ ਆਪਣਾ ਸੁਪਨਾ ਪੂਰਾ ਕਰ ਸਕਦਾ ਹੈ। ਉਹ ਸਿਰਫ ਇਹ ਨਾ ਸੋਚੇ ਕਿ ਡਿਸਟੈਂਸ ਉਹਦੇ ਸੁਪਨੇ ਨੂੰ ਛੋਟਾ ਕਰ ਦੇਗੀ। ਅਸੀਂ ਇਸ ਡਿਸਟੈਂਸ ਨੂੰ ਕਵਰ ਕਰ ਰਹੇ ਹਾਂ ਇਸ ਵਰਲਡ ਕਲਾਸ ਡਿਸਟੈਂਸ ਐਜੂਕੇਸ਼ਨ ਦੇ ਨਾਲ, ਜਿਹਦੇ ਵਿੱਚ ਵੀ ਆਪਾਂ ਕੋਈ ਕੰਪਰੋਮਾਈਜ਼ ਨਹੀਂ ਕਰ ਰਹੇ। ਔਰ ਸਪੈਸ਼ਲੀ ਉਹਨਾਂ ਦੇ ਲਈ ਇਹ ਡਿਸਟੈਂਸ ਐਜੂਕੇਸ਼ਨ ਹੈ ਜੋ ਕਿ ਸੁਪਨੇ ਵੇਖਦੇ ਨੇ, ਜੋ ਕਿ ਉੜਨਾ ਚਾਹੁੰਦੇ ਨੇ, ਜੋ ਕਿ ਆਪਣੇ ਕਰੀਅਰ ਵਿੱਚ ਅੱਗੇ ਵਧਣਾ ਚਾਹੁੰਦੇ ਨੇ, ਲੇਕਿਨ ਚਾਹੇ ਡਿਸਟੈਂਸ ਦੀ ਗੱਲ ਹੋਏ ਜਾਂ ਫਿਰ ਫੈਮਿਲੀ ਦੇ ਹਾਲਾਤਾਂ ਦੀ ਗੱਲ ਹੋਏ, ਜਾਂ ਫਿਰ ਸਰ ਇੱਕ ਹੋਰ ਸਵਾਲ ਸੀ ਮੇਰਾ ਕਿ ਏਜ ਇਜ਼ ਜਸਟ ਅ ਨੰਬਰ ਆਪਾਂ ਕਹਿੰਦੇ ਆ, ਹੈ ਨਾ। ਆਪਾਂ ਬਹੁਤ ਸਾਰੀ ਜਗ੍ਹਾ ਅਖਬਾਰਾਂ 'ਚ ਪੜ੍ਹਦੇ ਹਾਂ ਕਿ ਉਹਨੇ ਇੰਨੀ ਉਮਰ ਦੇ ਵਿੱਚ ਇਹ ਡਿਗਰੀ ਹਾਸਿਲ ਕੀਤੀ, ਤੇ ਡਿਸਟੈਂਸ ਐਜੂਕੇਸ਼ਨ ਜਿਹੜੀ ਸਾਡੀ ਚੰਡੀਗੜ੍ਹ ਯੂਨੀਵਰਸਿਟੀ ਦੀ ਹੈ, ਤੇ ਉਹ ਵੀ ਇਹੀ ਚੀਜ਼ ਕਹਿੰਦੀ ਹੈ ਕਿ ਕਿਹੜੀ ਵੀ ਏਜ ਦੇ ਵਿੱਚ ਤੁਸੀਂ ਕਰ ਸਕਦੇ ਹੋ। ਇਹਦੇ 'ਚ ਜੀ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਹੁਣ ਮੰਨ ਲਓ ਕੋਈ ਬੰਦਾ ਨੌਕਰੀ ਕਰਦਾ ਹੈ, ਹਾਂਜੀ, ਉਹ ਨੌਕਰੀ ਕਰਨ ਲੱਗ ਗਿਆ, ਆਪਣੇ ਪਰਿਵਾਰ ਨੂੰ ਪਾਲ ਰਿਹਾ, ਛੋਟੇ ਬੱਚਿਆਂ ਨੂੰ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ, ਪਰ ਉਹਦੇ ਮਨ 'ਚ ਇੱਛਾ ਹੈ ਕਿ ਮੈਂ ਪੜ੍ਹਨਾ। ਇੱਕ ਤਾਂ ਹੁੰਦਾ ਕਿ ਕਈ ਵਾਰੀ ਜਿਹੜੀ ਮੈਂ ਜੋਬ ਵੀ ਕਰ ਰਿਹਾ ਉਹਦੇ ਲਈ ਪ੍ਰਮੋਸ਼ਨ ਲੈਣ ਲਈ ਮੈਨੂੰ ਪੜ੍ਹਨਾ ਪੈਂਦਾ, ਹਾਂਜੀ। ਔਰ ਮੈਂ ਇਹਦੇ 'ਚ ਐਗਜ਼ਾਮਪਲ ਵੀ ਦੇਣੀ ਚਾਹੁੰਦਾ, ਜਿੱਦਾਂ ਕੋਈ ਇੰਜੀਨੀਅਰਿੰਗ ਕਰ ਰਿਹਾ, ਮੰਨ ਲਓ ਇੰਜੀਨੀਅਰਿੰਗ ਕਰਕੇ ਉਹਨੇ ਨੌਕਰੀ ਮਿਲ ਗਈ, ਭਾਵੇਂ ਇਨਫੋਸਿਸ ਮਿਲ ਗਈ, TCS ਮਿਲ ਗਈ, ਕਿਤੇ ਵੀ। ਉਹਦੇ ਬਾਅਦ ਕੀ ਹੁੰਦਾ ਕਿ ਸਮਵੇਅਰ ਇਨ ਦਾ ਮਿਡਲ ਲੈਵਲ ਜਾ ਕੇ ਉਹਨਾਂ ਨੂੰ ਫਿਰ ਮੈਨੇਜਮੈਂਟ ਰੋਲ ਮਿਲ ਜਾਂਦਾ, ਸੁਪਰਵਾਈਜ਼ਰੀ ਰੋਲ ਮਿਲ ਜਾਂਦਾ। ਉਹਦੇ ਲਈ MBA ਕਰਨੀ ਜ਼ਰੂਰੀ ਹੁੰਦੀ ਹੈ। ਹੁਣ ਉਹਦੇ 2 ਮਾਡਲ ਹੈ। ਇੱਕ ਮਾਡਲ ਤਾਂ ਇਹ ਹੈ ਕਿ ਕੰਪਨੀ ਉਹਨੂੰ ਭੇਜੇ ਕਿ ਬਈ ਜਾ ਤੂੰ ਚਲਾ ਜਾ ਤੇ ਜਾ ਕੇ ਕਰਿਆ, ਤੈਨੂੰ ਅਸੀਂ ਤਨਖਾਹ ਦੇ ਦਾਂਗੇ ਜਾਂ ਤੈਨੂੰ ਕੰਪਨਸੇਟ ਕਰ ਦਾਂਗੇ, ਪਰ ਇਹ ਬਹੁਤੀ ਵਾਰੀ ਨਹੀਂ ਹੋ ਸਕਦਾ ਕਿਉਂਕਿ ਕੰਪਨੀਆਂ ਅਫੋਰਡ ਨਹੀਂ ਕਰ ਸਕਦੀਆਂ, ਪਰ ਉਹਨੂੰ MBA ਕਰਨੀ ਜ਼ਰੂਰੀ ਹੁੰਦੀ ਹੈ। ਸੋ ਇਨ ਦੈਟ ਕੇਸ ਦਿਸ ਇਜ਼ ਦ ਬੈਸਟ ਮੋਡ। ਇਹੀ ਤਰੀਕਾ ਹੈ ਕਿ ਉਹ ਆਪਣੀ ਐਂਬੀਸ਼ਨ ਪੂਰੀ ਕਰਨ ਲਈ ਔਰ ਆਪਣੀ ਪ੍ਰਮੋਸ਼ਨ ਲੈਣ ਲਈ ਡਿਸਟੈਂਸ ਮੋਡ ਦੇ ਵਿੱਚ MBA ਕਰ ਸਕਦਾ ਹੈ। ਔਰ ਇਹ ਜਿਹੜੀ ਡਿਸਟੈਂਸ ਮੋਡ ਚੰਡੀਗੜ੍ਹ ਯੂਨੀਵਰਸਿਟੀ ਦੀ MBA ਹੈ, ਇਹ ਰੈਕਗਨਾਈਜ਼ਡ ਹੈ ਡਿਸਟੈਂਸ ਕਾਉਂਸਲ ਵੱਲੋਂ ਵੀ ਔਰ UGC ਵੱਲੋਂ ਵੀ, AICT ਵੱਲੋਂ ਵੀ। ਤੋ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਇਸੇ ਤਰ੍ਹਾਂ ਕਈ ਜਿਹੜੇ ਹੁੰਦੇ ਆ ਲੋਕ ਐਮਪਲੋਇਮੈਂਟ ਲੈ ਲੈਂਦੇ ਆ, ਉਹਦੇ ਬਾਅਦ ਫਿਰ ਉਹ ਆਪਣਾ ਪ੍ਰੋਫੈਸ਼ਨ ਚੇਂਜ ਕਰਨਾ ਚਾਹੁੰਦੇ ਆ। ਮੰਨ ਲਓ ਕਿਸੇ ਨੇ BA ਕਰ ਲਈ, BA ਕਰਕੇ ਵਿਚਾਰਾ ਨੌਕਰੀ ਕਰ ਰਿਹਾ, ਉਹ ਕਹਿੰਦਾ ਮੈਨੂੰ ਜੇ ਕੰਪਿਊਟਰ ਆਉਂਦਾ ਹੋਵੇ ਜਾਂ ਮੇਰੇ ਕੋਲ ਕੰਪਿਊਟਰ ਦੀ ਡਿਗਰੀ ਹੋਵੇ ਤਾਂ ਮੈਂ ਸ਼ਾਇਦ ਵਧੀਆ ਨੌਕਰੀ ਮਿਲ ਜਾਏ। ਔਰ ਹੈ ਵੀ ਸੱਚਾਈ ਕਿ ਆਮ BA ਨਾਲੋਂ ਜਾਂ BBA ਨਾਲੋਂ ਅਗਰ BCA ਕੀਤੀ ਹੋਵੇ ਤਾਂ ਜ਼ਿਆਦਾ ਚਾਂਸਿਸ ਹੈ। ਤਾਂ ਉਹ ਫਿਰ BCA ਡਿਸਟੈਂਸ ਮੋਡ ਦੇ ਵਿੱਚ ਕਰਕੇ ਤੋ ਇਹਦਾ ਲਾਭ ਪ੍ਰਾਪਤ ਕਰ ਸਕਦਾ ਹੈ, ਕਿਉਂਕਿ ਉਹ ਡਿਗਰੀ ਜਿਹੜੀ ਹੈ ਉਨੀ ਹੀ ਰੈਕਗਨਾਈਜ਼ਡ ਹੋਏਗੀ। ਮੈਂ ਇਹ ਵੀ ਇੱਥੇ ਦੱਸਣਾ ਚਾਹੂੰਗਾ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਜਿਹੜਾ ਸਿਲੇਬਸ ਹੈ ਸਾਰੇ ਕੋਰਸਿਸ ਦਾ, ਜਿੰਨੇ ਵੀ ਸਾਡੇ 125 ਦੇ ਕਰੀਬ ਕੋਰਸਿਸ ਨੇ, ਉਹ ਸਿਲੇਬਸ ਵਰਲਡ ਕਲਾਸ ਸਿਲੇਬਸ ਹੈ। ਅਸੀਂ 5 ਵਿਸ਼ਵ ਦੀਆਂ ਬੈਸਟ ਯੂਨੀਵਰਸਿਟੀਆਂ ਨਾਲ ਕੰਪੇਅਰ ਕਰਦੇ ਹਾਂ, 5 ਭਾਰਤ ਦੀਆਂ ਬੈਸਟ ਯੂਨੀਵਰਸਿਟੀਆਂ ਨਾਲ ਕੰਪੇਅਰ ਕਰਦੇ ਹਾਂ, ਫਿਰ ਸਿਲੇਬਸ ਬਣਦਾ ਹੈ। ਤੇ ਉਹੀ ਸਿਲੇਬਸ ਜਿਹੜਾ ਅਸੀਂ ਕੈਂਪਸ ਦੇ ਵਿਦਿਆਰਥੀਆਂ ਨੂੰ, ਕੈਂਪਸ 'ਤੇ ਅਟੈਂਡ ਕਰਨ ਵਾਲੇ ਨੂੰ ਪੜ੍ਹਾਉਂਦੇ ਹਾਂ, ਉਹੀ ਅਸੀਂ ਡਿਸਟੈਂਸ ਮੋਡ 'ਚ ਵੀ ਪੜ੍ਹਾਉਂਦੇ ਹਾਂ। ਸੋ ਮੈਨੂੰ ਲੱਗਦਾ ਹੈ ਕਿ ਇਹ ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀ ਕਿ ਵਾਕਈ ਇਹ ਯੂਨੀਵਰਸਿਟੀ ਉੱਠ ਕੇ ਤੁਹਾਡੇ ਬੂਹੇ ਤੇ ਆ ਰਹੀ ਹੈ ਕਿ ਬਈ ਆ ਲਓ, ਤੁਸੀਂ ਅਗਰ ਨਹੀਂ ਇੱਥੇ ਆ ਸਕਦੇ ਤਾਂ ਅਸੀਂ ਤੁਹਾਨੂੰ ਪੜ੍ਹਾ ਰਹੇ ਹਾਂ ਵਿਦ ਬੈਸਟ ਸਿਲੇਬਸ, ਬੈਸਟ ਟੀਚਿੰਗ ਲਰਨਿੰਗ ਮੈਥਡੋਲੋਜੀ ਐਂਡ ਬੈਸਟ ਟੈਕਨੋਲੋਜੀ। ਸਰ ਅਗਰ ਇਸ ਨੂੰ ਆਪਾਂ ਸਮ ਅਪ ਕਰੀਏ ਤੇ ਡਿਸਟੈਂਸ ਲਰਨਿੰਗ ਔਰ ਡਿਸਟੈਂਸ ਐਜੂਕੇਸ਼ਨ ਚੰਡੀਗੜ੍ਹ ਯੂਨੀਵਰਸਿਟੀ ਜੋ ਪ੍ਰੋਵਾਈਡ ਕਰਾ ਰਹੀ ਹੈ ਉਹ ਵਰਲਡ ਕਲਾਸ ਹੈ। ਉਹਦੇ ਵਿੱਚ ਸਿਲੇਬਸ ਵੀ ਵੱਡੇ ਲੈਵਲ ਦਾ ਹੈ, ਹੈ ਨਾ। ਉਹ ਇਹ ਵੀ ਭਰੋਸਾ ਦਿਲਵਾ ਰਹੀ ਹੈ ਕਿ ਤੁਸੀਂ ਆਪਣੇ ਕੋਈ ਵੀ ਸੁਪਨਾ ਵੇਖ ਸਕਦੇ ਹੋ ਪੜ੍ਹਾਈ ਦਾ, ਡਿਸਟੈਂਸ ਵਿਲ ਨੈਵਰ ਮੈਟਰ, ਹੈ ਨਾ। ਉਹ ਘਰ ਤੁਹਾਡੇ ਪਹੁੰਚ ਰਹੀ ਹੈ, ਬੈਸਟ ਤੁਹਾਨੂੰ ਟੀਚਰ ਮਿਲ ਰਿਹਾ, ਬਲੈਕ ਬੋਰਡ, ਬੈਸਟ ਮੀਡੀਅਮ ਮਿਲ ਰਿਹਾ ਹੈ ਨਾ। ਤਾਂ ਜੋ ਚੰਡੀਗੜ੍ਹ ਯੂਨੀਵਰਸਿਟੀ ਇੱਥੇ ਆਉਣ ਵਾਲੇ ਸਟੂਡੈਂਟਸ ਨੂੰ ਫੈਸਿਲਿਟੀ ਦਿੰਦੀ ਹੈ ਡਿਸਟੈਂਸ ਐਜੂਕੇਸ਼ਨ ਦੇ ਵਿੱਚ ਵੀ, ਜਿਹੜਾ ਬੈਸਟ ਹੋ ਸਕਦਾ ਹੈ ਉਹ ਚੰਡੀਗੜ੍ਹ ਯੂਨੀਵਰਸਿਟੀ ਲੈ ਕੇ ਆਈ ਦੇ ਰਹੀ ਹੈ। ਔਰ ਉਹਦੇ ਨਾਲ ਨਾਲ ਅਸਾਈਨਮੈਂਟਸ ਹੈ, ਉਹਦੇ ਬਾਅਦ ਉਹਨਾਂ ਦੇ ਕੁਐਸਚਨ ਆਨਸਰਸ ਹੈ, ਉਹਨਾਂ ਦੇ ਡਾਊਟਸ ਹੈ। ਸੋ ਮੈਂ ਤਾਂ ਇਹ ਵੀ ਸਮਝਦਾ ਕਿ ਅਸੀਂ ਸਾਡੀ ਇਹ ਵੀ ਸਰਵਿਸ ਹੈ ਕਿ ਕੋਈ ਬੱਚੇ ਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈ, ਕੋਈ ਜਨਰਲ ਕੁਐਸਚਨਸ ਉਹਨਾਂ ਦੇ ਹੈਗੇ ਆ ਤਾਂ ਉਹ ਵੀ ਸਾਨੂੰ ਭੇਜ ਸਕਦੇ ਆ। ਔਰ ਹੁਣ ਸਾਨੂੰ ਐਡਵਾਂਟੇਜ ਇਹ ਵੀ ਹੈ ਕਿ ਸਾਡੇ ਕੋਲੇ ਇਹ ਮੀਡੀਅਮ ਇੱਕ ਹੋਰ ਹੈ, FM ਰੇਡੀਓ, ਅਪਾਰਟ ਫਰੋਮ ਅਦਰ ਮੀਡੀਆ। ਸੋ ਬੱਚੇ ਜਿਹੜੇ ਆ ਉਹ ਤੁਹਾਨੂੰ ਅਪਰੋਚ ਕਰ ਸਕਦੇ ਆ, ਸਾਡੇ FM ਸਟੇਸ਼ਨ ਨੂੰ ਅਪਰੋਚ ਕਰ ਸਕਦੇ ਆ। ਸਾਡੇ ਚੰਡੀਗੜ੍ਹ ਯੂਨੀਵਰਸਿਟੀ ਦੇ ਡਿਫਰੈਂਟ ਸੋਰਸਿਸ ਹੈ, ਉਹਨਾਂ ਨੂੰ information@chandigarh.university.cu.in ਹੈ, ਕਿਤੇ ਵੀ ਆ ਕਿ ਕੋਈ ਡਾਊਟ ਹੈ ਉਹ ਆਪਣਾ ਕਲੀਅਰ ਕਰ ਸਕਦੇ ਆ। ਪਰ ਮੈਂ ਇਹ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਇਹ ਯਕੀਨੀ ਬਣਾਏਗੀ
ਕਿ ਜਿਹੜੇ ਡਿਸਟੈਂਸ ਮੋਡ ਦੇ ਵਿੱਚ ਜਿਹੜੇ ਬੰਦੇ ਕੈਂਪਸ ਤੇ ਨਹੀਂ ਪੜ੍ਹ ਸਕਦੇ, ਹਾਂਜੀ ਸਰ, ਕੈਂਪਸ ਤੇ ਨਹੀਂ ਆ ਸਕਦੇ ਕਿਸੇ ਮਜਬੂਰੀ ਕਰਕੇ ਜਾਂ ਨਹੀਂ ਆ ਸਕੇ, ਔਰ ਉਹਨਾਂ ਦਾ ਸਮਾਂ ਹੁਣ ਇਸ ਤਰ੍ਹਾਂ ਦਾ ਕਿ ਉਹ ਰੈਗੂਲਰ ਮੋਡ ਦੇ ਵਿੱਚ ਆ ਹੀ ਨਹੀਂ ਸਕਦੇ, ਕੈਂਪਸ ਤੇ ਨੌਕਰੀ ਕਰ ਰਹੇ ਆ ਜਾਂ ਹੋਰ ਮਜਬੂਰੀਆਂ, ਤਾਂ ਉਹਨਾਂ ਨੂੰ ਬਿਲਕੁਲ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਹਨਾਂ ਨੂੰ ਉਸੇ ਤਰ੍ਹਾਂ ਦੀ ਸਿੱਖਿਆ ਵਧੀਆ ਬੈਸਟ ਟੈਕਨੋਲੋਜੀ ਦੇ ਨਾਲ ਔਰ ਵਧੀਆ ਉਸੇ ਤਰ੍ਹਾਂ ਦੀ ਡਿਗਰੀ ਪ੍ਰਾਪਤ ਹੋਏਗੀ, ਜਿਹਦੀ ਮਾਨਤਾ ਵੀ ਉਸੇ ਤਰ੍ਹਾਂ ਦੀ ਹੋਏਗੀ ਜਿਸ ਤਰ੍ਹਾਂ ਦੀ ਕਿ ਉਹਨਾਂ ਨੂੰ ਚਾਹੀਦੀ ਹੈ। ਤਾਂ ਉਹਨਾਂ ਨੂੰ ਵਾਂਝਾ ਰਹਿਣ ਦੀ ਲੋੜ ਨਹੀਂ ਹੈ। ਮੈਂ ਇਹ ਗੱਲ ਵੀ ਦੁਬਾਰਾ ਰਿਪੀਟ ਕਰਨੀ ਚਾਹੁੰਦਾ ਕਿ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਜਦੋਂ ਸਿੱਖਿਆ ਪ੍ਰਾਪਤ ਕਰਦੇ ਹਾਂ ਤਾਂ ਅਸੀਂ ਇੱਕ ਡਿਗਰੀ ਲੈਣੀ ਹੈ। ਜੀ ਸਰ, ਇਹ ਆਪਣੀ ਨੌਲੇਜ ਦੀ ਕਿਉਰਿਓਸਿਟੀ ਜਿਹੜੀ ਕਈਆਂ ਦੀ ਹੁੰਦੀ ਹੈ, ਔਰ ਬਹੁਤ ਸਾਰੇ ਲੋਕ ਮੈਂ ਦੇਖਿਆ ਜਿਹੜੇ ਕਿ 5-5 MA ਕਰਦੇ ਆ, 6-6 MA ਕਰਦੇ ਆ, ਉਹਨਾਂ ਨੂੰ ਪਤਾ ਹੁੰਦਾ ਵੀ ਇਸ MA ਨਾਲ ਮੈਨੂੰ ਨਾ ਤਾਂ ਸ਼ਾਇਦ ਨੌਕਰੀ 'ਚ ਵੀ ਨਾ ਫਾਇਦਾ ਹੋਵੇ, ਪਰ ਉਹ ਗਿਆਨ ਦੇ ਵਿੱਚ ਤੇ ਵਾਧਾ ਹੋ ਰਿਹਾ ਨਾ, ਉਹਨਾਂ ਦੀ ਜਿਹੜੀ ਇੱਕ ਮਾਨਸਿਕ ਵਿਕਾਸ ਹੈ ਉਹ ਇੱਕ ਵੱਖਰੇ ਲੈਵਲ ਤੇ ਚਲਾ ਜਾਂਦਾ, ਸਟੇਟਸ ਦੇ ਵਿੱਚ ਵੀ ਹੋ ਰਿਹਾ ਸਰ। ਉਹ ਬੰਦਾ ਕਹਿ ਸਕਦਾ ਕਿ ਮੈਂ ਇੰਨੀ ਪੜ੍ਹਾਈ ਕੀਤੀ ਹੈ, ਹੁਣ ਜਦੋਂ ਉਹਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਡਿਸਟੈਂਸ ਐਜੂਕੇਸ਼ਨ ਕੀਤੀ ਹੋਣੀ ਹੈ ਤੇ ਹੁਣ ਉਹ ਮਾਨ ਥੋੜਾ ਹੋਰ ਵੱਧ ਜਾਣਾ, ਕਿਉਂਕਿ ਆਥੈਂਟਿਸਿਟੀ ਬਹੁਤ ਜ਼ਿਆਦਾ ਚੰਗੀ ਹੈ। ਸਰ ਇੱਕ ਸਵਾਲ ਹੋਰ ਸੀ, ਕਿਉਂਕਿ ਤੁਸੀਂ ਜਿਹੜਾ ਸੁਪਨਾ ਵੀ ਖਾਇਆ ਹੈ ਨਾ, ਉਹਦੇ ਨਾਲ ਮੈਨੂੰ ਇੱਕ ਹੋਰ ਸੁਪਨਾ ਖੁੱਲੇ ਅੱਖਾਂ ਨਾਲ ਮੈਂ ਵੇਖ ਰਹੀ ਹਾਂ। ਜਿਵੇਂ ਤੁਸੀਂ ਕਹਿ ਰਹੇ ਸੀ ਕਮਿਊਨਿਟੀ ਰੇਡੀਓ ਹੈ ਨਾ, ਇਹਦੇ ਰਾਹੀਂ ਵੀ ਆਪਾਂ ਐਜੂਕੇਸ਼ਨ ਨੂੰ ਵਧਾ ਸਕਦੇ ਹਾਂ। ਤਾਂ ਸਮਵੇਅਰ ਆਈ ਵਾਜ਼ ਥਿੰਕਿੰਗ, ਬਾਕੀ ਤੁਹਾਡੀ ਗਾਈਡੈਂਸ ਹੋਏਗੀ, ਤੁਸੀਂ ਕਹੋਗੇ, ਤੇ ਕੁਝ ਆਪਾਂ ਰੇਡੀਓ ਤੇ ਵੀ ਪ੍ਰੋਗਰਾਮ ਕਰ ਸਕਦੇ ਹਾਂ, ਕਿਉਂਕਿ ਆਲੇ ਦੁਆਲੇ ਦੇ ਪਿੰਡਾਂ ਵਾਲੇ ਸਾਨੂੰ ਸੁਣ ਰਹੇ ਨੇ, ਕਿੰਨੇ ਬੱਚੇ ਬੈਨੀਫਿਟ ਲੈ ਸਕਦੇ ਨੇ। ਬਿਲਕੁਲ, ਮੈਂ ਇਸ ਗੱਲ ਦੇ ਹੱਕ 'ਚ ਹਾਂ ਕਿ ਅਸੀਂ ਇੱਕ ਤਾਂ ਮੈਨੂੰ ਲੱਗਦਾ ਕਿ ਅਸੀਂ ਇਹ ਵੀ ਕਰ ਸਕਦੇ ਹਾਂ ਕਿ ਅਸੀਂ ਉਹਨਾਂ ਦੀ ਲੋੜ ਕੀ ਹੈ ਉਹ ਪਤਾ ਕਰ ਲਈਏ, ਕਿਸੇ ਤਰੀਕੇ ਸਾਨੂੰ ਲਿਖ ਸਕਦੇ ਹਾਂ, ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰ ਸਕਦੇ ਹਾਂ। ਜਿੱਦਾਂ ਅੱਗੇ ਵੀ ਹੁੰਦਾ ਸੀ, ਅੱਗੇ ਤੇ ਹੁੰਦਾ ਸੀ ਵੀ ਅਸੀਂ ਰੇਡੀਓ ਸਟੇਸ਼ਨ ਤੇ, ਮੈਨੂੰ ਯਾਦ ਹੈ ਮੈਂ 1-2 ਪ੍ਰੋਗਰਾਮ ਵੀ ਕੀਤੇ, ਉੱਥੇ ਲੈਟਰਸ ਆਉਂਦੀਆਂ ਤਾਂ ਲੈਟਰਸ ਖੋਲ ਕੇ ਪੜ੍ਹਦੇ ਸੀ। ਤਾਂ ਹੁਣ ਲੈਟਰ ਨਹੀਂ, ਹੁਣ SMS ਹੋ ਸਕਦਾ, ਅਸੀਂ ਉਹਨਾਂ ਨੂੰ ਇੱਕ ਨੰਬਰ ਦਈਏ, ਈਮੇਲ ਦਾ ਮੇਲ ਦਈਏ ਕਿ ਸਾਨੂੰ ਤੁਸੀਂ SMS ਕਰੋ, WhatsApp ਕਰੋ, ਤੁਸੀਂ ਆਪਣੇ ਸਵਾਲ ਭੇਜੋ, ਅਸੀਂ ਕਰਾਂਗੇ। ਨੰਬਰ 2 ਅਸੀਂ ਇਹ ਕਰਾਂਗੇ, ਔਰ ਮੇਰਾ ਖਿਆਲ ਹੈ ਕਿ ਅਸੀਂ ਆਲਰੇਡੀ ਪਲਾਨ ਕਰ ਲਿਆ ਕਿ ਅਸੀਂ ਵੱਖਰੇ ਜਿਹੜੇ ਸਪੈਸ਼ਲਿਸਟ ਡਾਕਟਰਸ ਦੀ ਰਾਏ ਇਹਨਾਂ ਆਪਣੇ ਸਰੋਤਿਆਂ ਨਾਲ ਸ਼ੇਅਰ ਕਰੀਏ। ਬਿਲਕੁਲ ਸਰ। IAS ਆਫੀਸਰਸ ਦੀ ਰਾਏ ਸ਼ੇਅਰ ਕਰੀਏ, ਜੀ ਸਰ। ਪੁਲਿਸ ਵਾਲਿਆਂ ਨੂੰ ਦੱਸੀਏ ਪੁਲਿਸ ਦਾ ਰੋਲ ਕੀ ਹੁੰਦਾ ਹੈ, ਆਰਮੀ ਆਫੀਸਰਸ, ਤੁਸੀਂ ਆਪ ਪੁਲਿਸ ਅਫਸਰ ਕਿਵੇਂ ਬਣ ਸਕਦੇ ਹੋ, ਤੁਸੀਂ IAS ਅਫਸਰ ਕਿਵੇਂ ਬਣ ਸਕਦੇ ਹੋ। ਤਾਂ ਗੀ ਜੀ ਤੁਹਾਡਾ ਬਹੁਤ ਵਧੀਆ ਆਈਡੀਆ, ਔਰ ਮੈਨੂੰ ਲੱਗਦਾ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਜਿਹੜਾ FM ਰੇਡੀਓ ਹੈ ਇਹ ਵੀ ਉਨਾ ਹੀ ਪਪੂਲਰ ਹੋਣ ਵਾਲਾ ਜਿੰਨੀ ਚੰਡੀਗੜ੍ਹ ਯੂਨੀਵਰਸਿਟੀ ਪਪੂਲਰ ਹੈ। ਸਰ ਇਟਸ ਆਲ ਯੋਰ ਬਲੇਸਿੰਗ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਰਗਾਂ ਦੇ ਵਿੱਚੋਂ ਖੂਨ ਹੈ। ਮਿਹਨਤ ਦਾ ਤੇ ਤਰੱਕੀ ਆਪਣੇ ਆਪ ਰੱਬ ਦਿੰਦਾ ਹੈ ਜੇ ਤੁਸੀਂ ਇਮਾਨਦਾਰੀ ਨਾਲ ਮਿਹਨਤ ਕਰੋਗੇ। ਥੈਂਕ ਯੂ ਸੋ ਮਚ ਸਰ। ਤੁਹਾਡੇ ਨਾਲ ਗੱਲ ਕਰਨਾ ਮੈਨੂੰ ਏਦਾਂ ਲੱਗ ਰਿਹਾ ਪਤਾ ਨਹੀਂ ਕਿੰਨੇ ਮੈਂ ਡਿਕੇਡ ਦੀ ਐਜੂਕੇਸ਼ਨ ਥੋੜੇ ਘੱਟ ਟਾਈਮ ਦੇ ਵਿੱਚ ਥੋੜੀ ਜਿਹੀ ਲੈ ਲਿੱਤੀ ਹੈ। ਉਹ ਪਰਸਨੈਲਿਟੀ ਦੇ ਨਾਲ ਜਿਨ੍ਹਾਂ ਨੇ ਹਜ਼ਾਰਾਂ ਦੇ ਵਿੱਚ ਕਿਤਾਬਾਂ ਪੜ੍ਹੀਆਂ ਨੇ, 30,000 ਤੇ ਸਿਰਫ ਨੰਬਰ ਗਿਆ ਹੈ, ਹੋਰ ਵੀ ਬਹੁਤ ਸਾਰੀਆਂ ਕਦੀ ਗੱਡੀ ਜਾਂਦੇ ਹੋਏ ਕਦੀ ਟਰੈਵਲ ਕਰਦੇ ਹੋਏ ਪੜ੍ਹੀਆਂ ਹੋਣੀਆਂ ਜਿਨ੍ਹਾਂ ਦੀ ਡਿਟੇਲ ਨਹੀਂ। ਇੰਨੀ ਯੂਨੀਵਰਸਿਟੀ ਤੁਸੀਂ ਟਰੈਵਲ ਕੀਤਾ ਹੈ, ਇੰਨਾ ਮਾਨ ਸਨਮਾਨ ਤੁਸੀਂ ਹਾਸਿਲ ਕੀਤਾ ਹੈ, ਔਰ ਸਟੂਡੈਂਟਸ ਨੂੰ ਸਹੀ ਗਾਈਡ ਕੀਤਾ ਹੈ ਕਿ ਕਿਸ ਤਰੀਕੇ ਨਾਲ ਉਹ ਆਪਣੀ ਜ਼ਿੰਦਗੀ ਬਦਲ ਸਕਦੇ ਨੇ। ਇਨਫੈਕਟ ਅਗਰ ਉਹ ਆਪਣੀ ਜ਼ਿੰਦਗੀ ਬਦਲਣਗੇ, ਨਾ ਸਿਰਫ ਪਰਿਵਾਰ ਦੀ ਜ਼ਿੰਦਗੀ ਬਦਲਣਗੇ ਬਲਕਿ ਸਾਡੀ ਯੂਨੀਵਰਸਿਟੀ ਦੇ ਵੀ ਤਸਤਾਰੇ ਹੋਏਗਾ, ਔਰ ਦੇਸ਼ ਨੂੰ ਪੂਰਾ ਦੇਸ਼ ਜਿਹੜਾ ਹੈ ਉਹ ਬਦਲ ਸਕਦਾ। ਔਰ ਯੂਨੀਵਰਸਿਟੀ ਜਿਹੜੀ ਹੈ ਉਹ ਕਈ ਇਸ ਤਰ੍ਹਾਂ ਦੇ ਕੰਮ ਯੂਨੀਵਰਸਿਟੀ ਨੇ ਕੀਤੇ ਆ ਪਾਸ ਦੇ ਵਿੱਚ, ਜਿਹਦੇ ਨਾਲ ਪੰਜਾਬ ਦੇ ਸੂਬੇ ਦਾ ਨਾਂ ਰੌਸ਼ਨ ਹੋਇਆ। ਮੈਂ ਜਾਂਦਿਆਂ ਦੇ ਇਹ ਗੱਲ ਸ਼ੇਅਰ ਕਰਨੀ ਚਾਹੂੰਗਾ ਕਿ ਜਦੋਂ ਪੇਟੈਂਟ ਸਾਡੇ 900 ਪੇਟੈਂਟ ਫਾਈਲ ਹੋਏ ਔਰ ਪਿਛਲੇ ਸਾਲ ਅਸੀਂ ਪੇਟੈਂਟ ਦੇ ਹਿਸਾਬ ਨਾਲ ਨੰਬਰ 1 ਬਣੇ, ਤਾਂ ਪੰਜਾਬ ਦੀ ਜਿਹੜੀ ਪੋਜੀਸ਼ਨ ਹੈ ਉਹ ਵੀ ਪਹਿਲੀ ਵਾਰੀ ਪੂਰੇ ਭਾਰਤ ਵਿੱਚ 10ਵੇਂ ਸਥਾਨ ਦੇ ਪਹਿਲੇ 10 ਦੇ ਵਿੱਚ ਆ ਗਈ, ਜਦ ਕਿ ਪਹਿਲਾਂ 14 ਹੁੰਦੀ ਸੀ। ਹੁਣ ਇਹ ਪੋਜੀਸ਼ਨ ਜਿਹੜੀ ਹੈ 10ਵੀਂ ਹੈ ਜਾਂ 9ਵੀਂ ਹੈ। ਸੋ ਜਦੋਂ ਵੀ ਇਹ ਬੱਚੇ ਵੀ ਸਾਡੇ ਪ੍ਰਾਪਤ ਕਰਨਗੇ, ਸਿੱਖਿਆ ਪ੍ਰਾਪਤ ਕਰਨਗੇ ਔਰ ਤਰੱਕੀ ਕਰਨਗੇ ਆਪਣੇ ਜਿਸ ਵੀ ਕਿੱਤੇ 'ਚੋਂ ਕੰਮ ਕਰ ਰਹੇ, ਮੈਨੂੰ ਲੱਗਦਾ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਨਾਮ ਵੀ ਰੌਸ਼ਨ ਹੋਏਗਾ ਔਰ ਉਹ ਦੇਸ਼ ਦੇ ਪ੍ਰਤੀ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੋਏਗਾ, ਔਰ ਚੰਡੀਗੜ੍ਹ ਯੂਨੀਵਰਸਿਟੀ ਇਸ ਗੱਲ ਦਾ ਮਾਣ ਰਹੇਗਾ ਹਮੇਸ਼ਾ। ਸੋ ਮੇਰੀਆਂ ਸ਼ੁਭ ਇੱਛਾਵਾਂ। ਮੈਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਸਾਰੇ ਮਿਲ ਕੇ ਬਹੁਤ ਵਧੀਆ ਕੰਮ ਕਰ ਰਹੇ ਹੋ, ਔਰ ਚੰਡੀਗੜ੍ਹ ਯੂਨੀਵਰਸਿਟੀ ਦੀ ਜਿਹੜੀ ਲੈਗੇਸੀ ਕ੍ਰੀਏਟ ਹੋਈ ਹੈ 8 ਸਾਲਾਂ ਦੇ ਵਿੱਚ, ਇੱਕ ਵੱਖਰਾਪਣ ਜਿਹੜਾ ਨੇ ਕ੍ਰੀਏਟ ਕੀਤਾ ਹੈ, ਇੱਕ ਬੜੀ ਯੂਨੀਕ ਆਪਣੀ ਪੋਜੀਸ਼ਨ ਕ੍ਰੀਏਟ ਕੀਤੀ ਹੈ, ਉਹਨੂੰ ਤੁਸੀਂ ਨਾ ਕੇਵਲ ਮੇਨਟੇਨ ਕਰੋਗੇ ਬਲਕਿ ਇਹਨੂੰ ਬਹੁਤ ਅੱਗੇ ਲੈ ਕੇ ਜਾਓਗੇ। ਮੇਰੀਆਂ ਸ਼ੁਭ ਇੱਛਾਵਾਂ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ ਸਰ। ਤੁਸੀਂ ਆਪਣੀ ਵਿਸ਼ੇਸ ਵੀ ਦਿੱਤੀਆਂ ਨੇ, ਥੈਂਕ ਯੂ ਸੋ ਮਚ। ਤੁਸੀਂ ਸਟੂਡੀਓ ਵੀ ਆਏ ਹੋ ਤੇ ਥੈਂਕ ਯੂ ਸੋ ਮਚ। ਤੁਸੀਂ ਇੱਕ ਸੱਚਾਈ ਨਾਲ ਰੂਬਰੂ ਕਰਵਾਇਆ ਹੈ ਸਟੂਡੈਂਟਸ ਨੂੰ ਕਿ ਸੁਪਨੇ ਵੇਖੋ ਸਾਕਾਰ ਜ਼ਰੂਰ ਹੋਣਗੇ, ਕਿਉਂਕਿ ਐਜੂਕੇਸ਼ਨ ਇਨਫੈਕਟ ਵਰਲਡ ਕਲਾਸ ਐਜੂਕੇਸ਼ਨ ਚੰਡੀਗੜ੍ਹ ਯੂਨੀਵਰਸਿਟੀ ਤੁਹਾਡੇ ਕੋਲ ਪਹੁੰਚਾ ਰਿਹਾ ਹੈ।
ਡਿਸਟੈਂਸ ਐਜੂਕੇਸ਼ਨ ਦੇ ਨਾਲ। ਥੈਂਕ ਯੂ ਸੋ ਮਚ ਸਰ। ਧੰਨਵਾਦ।